वाहिगुरु जी का खालसा वाहिगुरु जी की फतेह। सतनाम वाहिगुरु साहिब जी करे सो चंगा मान दुई गणत लाहे। बड़ा प्यारा शब्द है जी। गुरु अर्जन साहिब महाराज कहते करे सो चंगा मान। गुरमुख एक अवस्था है सारिਆਂ ਨੂੰ ਪ੍ਰਾਪਤ नहीं होती है। करे सो चंगा, रब जो कर दो मेरे वास्ते चंगा है। मान मनुख मन ले बड़ी औखी गल है। कोई रब की रजा च आ जाए, ਉਹਦੇ हुक्म च आ जाए, ਉਹਦੇ ਭਾਣੇ च आ जाए, बड़ी औखी गल है। ਤੁਹਾਨੂੰ ਲੁਕਾਈ ਦੇ ਅੰਦਰੋਂ ਭਾਣਾ ਮੰਨਣ ਵਾਲੇ ਬਹੁਤ ਘੱਟ ਸਰੀਰ ਨਜ਼ਰ ਆਉਣਗੇ। ਉਹਦੀ ਰਜ਼ਾ ਉਹਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨ ਵਾਲੇ ਤੁਹਾਨੂੰ ਬਹੁਤ ਘੱਟ ਨਜ਼ਰ ਆਉਣਗੇ। ਵੀ ਰੱਬ ਜੋ ਕਰ ਰਿਹਾ ਮੇਰੇ ਵਾਸਤੇ ਚੰਗਾ ਹੈ, ਇਹ ਘੱਟ ਮਿਲਣਗੇ। ਰੱਬ ਨੂੰ ਉਲਾਮਾ ਦੇਣ ਵਾਲੇ ਬਹੁਤ ਹੁੰਦੇ ਆ। ਮਹਾਰਾਜ ਇੱਥੇ ਕਹਿੰਦੇ ਕਰੇ ਸੋ ਚੰਗਾ ਮਾਣ। ਰੱਬ ਜੋ ਕਰਦੇ ਉਹਨੂੰ ਚੰਗਾ ਕਰਕੇ ਮੰਨ ਵੀ ਮੇਰੇ ਭਲੇ ਵਾਸਤੇ ਹੋ ਰਿਹਾ ਹੈ। ਵਕਤੀ ਤੌਰ ਤੇ ਸਾਨੂੰ ਲੱਗਦਾ ਹੈ ਮੇਰੇ ਫਾਇਦੇ ਵਾਸਤੇ ਨਹੀਂ ਹੈ, ਪਰ ਸਾਡੇ ਭਲੇ ਵਾਸਤੇ ਕਰਦਾ। ਜੋ ਕਰਦੇ ਸਾਡੇ ਭਲੇ ਵਾਸਤੇ ਕਰਦਾ। ਕਦੇ ਉਹ ਰੱਬ ਕੰਮ ਕਰਦਾ ਹੀ ਨਹੀਂ ਜਿਹਦੇ ਨਾਲ ਸਾਨੂੰ ਨੁਕਸਾਨ ਹੋਵੇ, ਕਦੇ ਵੀ ਨਹੀਂ। ਜੇ ਤੁਸੀਂ ਜੁੜੇ ਹੋ, ਤੁਹਾਡਾ ਬੁਰਾ ਹੋਵੇ, ਉਹ ਰੱਬ ਕਰਮ ਕਦੇ ਨਹੀਂ ਕਰੇਗਾ। ਉਹਨੇ ਜੋ ਕਰਨਾ ਸਾਡੇ ਭਲੇ ਵਾਸਤੇ ਕਰਨਾ। ਉਹਨੂੰ ਅਸੀਂ ਸਾਈ ਭਲੀ ਗੱਲ, ਸਾਈ ਚੰਗੀ ਗੱਲ, ਸਾਈ ਉਹ ਰੱਬ ਦੀ ਕੀਤੀ ਨੂੰ ਮੰਨ ਲਈਏ। ਕਹਿੰਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਵਾਰਾਂ ਤੇ ਵਧੀਕ ਬਾਣੀ 'ਚ। ਮਹਾਰਾਜ ਕਹਿੰਦੇ ਹੈ ਦੋਸ਼ ਨਾ ਦੇਹੋ ਰਾਏ ਨੂੰ। ਰਾਏ ਦਾ ਅਰਥ ਰਾਜਾ, ਕੋ ਹਰ ਸੁਭਾਨ ਨਹੀਂ ਰਾਜਾ। ਰੱਬ ਪਰਮਾਤਮਾ ਅੱਲਾ ਵਾਹਿਗੁਰੂ। ਮਹਾਰਾਜ ਕਹਿੰਦੇ ਉਹਨੂੰ ਦੋਸ਼ ਨਾ ਦੇ। ਤੁਹਾਨੂੰ ਦੋਸ਼ ਦੇਣ ਵਾਲੇ ਬਹੁਤ ਨਜ਼ਰ ਆ, ਨਿੱਕੀਆਂ ਨਿੱਕੀਆਂ ਗੱਲਾਂ ਤੇ, ਜਿਹਦਾ ਕੋਈ ਮਤਲਬ ਵੀ ਨਹੀਂ ਹੁੰਦਾ। ਸਾਡੀਆਂ ਗੱਲਾਂ ਕਰਨ ਨਾਲ ਕੋਈ ਬਦਲਣ ਵਾਲਾ ਨਹੀਂ ਹੈ। ਵੀ ਰੱਬ ਨੇ ਅੱਜ ਕਰ ਦਿੱਤਾ ਹੈ ਤੇ ਅਸੀਂ ਉਹਨੂੰ ਚਾਰ ਗਾਲਾਂ ਕੱਢ ਦਈਏ ਜਾਂ ਉਹਨੂੰ ਕੁਝ ਕਹੀਏ ਤੇ ਰੱਬ ਫੈਸਲਾ ਬਦਲੇਗਾ। ਉਹਨੇ ਕਦੇ ਵੀ ਨਹੀਂ ਬਦਲਣਾ। ਕੌਣ ਆਖੇ ਵੀ ਜੀਦਾ ਇੰਜ ਨਹੀਂ ਇੰਜ ਕਰ। ਹੈ ਕਿਸੇ ਕੋਲ ਤਾਕਤ ਰੱਬ ਨੂੰ ਆਖੇ ਵੀ ਐ ਨਹੀਂ ਮੈਨੂੰ ਚੰਗਾ ਲੱਗਦਾ ਤੈਨੂੰ ਐ ਕਰਨਾ ਪੈਣਾ? ਕਦੇ ਵੀ ਨਹੀਂ ਉਹ ਕਰੇਗਾ। ਮਹਾਰਾਜ ਕਹਿੰਦੇ ਦੋਸ਼ ਨਾ ਦੇਹੋ ਰਾਏ ਨੂੰ ਬੰਦਿਆ। ਰੱਬ ਨੂੰ ਦੋਸ਼ ਨਾ ਦਿਆ ਕਰ। ਕਰੇ ਸੋ ਚੰਗਾ ਮਾਣ। ਜੋ ਕਰਦੇ ਉਹਨੂੰ ਆਪਣੇ ਭਲੇ ਵਾਸਤੇ ਚੰਗਾ ਕਰਕੇ ਮੰਨ। ਭਗਤੀਆਂ ਬਹੁਤ ਮੇਰੀ ਦਾਸ ਨੇ ਬਿਰੜ ਕਰਵਾਈਆਂ। ਆਪੇ ਹਾਰ ਇੱਕ ਰੰਗ ਹੈ ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਗੱਲ ਮੇਰੇ ਵਾਸਤੇ ਚੰਗੀ ਜੋ ਤੁਧ ਭਾਵੇ ਨਾਨਕਾ। ਜਿਹੜੀ ਤੈਨੂੰ ਭਾਉਂਦੀ ਉਹ ਮੇਰੇ ਵਾਸਤੇ ਚੰਗੀ ਹੈ। ਇਹ ਮੰਨ ਲੈਣਾ ਬੜੀ ਔਖੀ ਗੱਲ ਹੈ। ਭਾਣੇ ਵਿੱਚ ਕੋ ਬਿਰਲਾ ਆਇਆ ਜਾਂ ਮਹਾਰਾਜ ਕਹਿੰਦੇ ਭਾਣਾ ਮੰਨੇ ਸੋ ਗੁਰਮੁਖ ਹੋਏ। ਜਿਹੜਾ ਭਾਣੇ ਚ ਆ ਜਾਂਦੇ ਉਹ ਤੇ ਬੜੀ ਬਖਸ਼ਿਸ਼ ਹੈ। ਸਾਰੇ ਨਹੀਂ ਭਾਣੇ ਚ ਆਉਣੇ। ਰੱਬ ਜੋ ਕਰਦੇ ਰਜ਼ਾ ਨੂੰ ਪ੍ਰਵਾਨ ਕਰ ਲੈਣਾ। ਬਾਰਿਸ਼ ਹੈ ਨਾ, ਇੱਕ ਦੋ ਦਿਨ ਮੇਰੇ ਕੋਲ ਕੋਈ ਜ਼ੁਬਾਨ ਰਸਨਾ ਨਹੀਂ ਹੋਏਗੀ ਜਿਹਨੇ ਰੱਬ ਨੂੰ ਕੁਝ ਨਹੀਂ ਕੁਝ ਕਿਹਾ ਨਹੀਂ ਹੈ। ਇਹ ਫਿਰ ਮੌਸਮ ਬਦਲ ਗਿਆ ਜੀ, ਫਿਰ ਹੋ ਗਿਆ ਜੀ। ਆਏ ਸੀ ਰੱਬ ਦੀ ਰਜ਼ਾ 'ਚ। ਤੁਹਾਨੂੰ ਬਹੁਤ ਰੱਬ ਦੇ ਖਿਲਾਫ ਬੋਲਣ ਵਾਲੇ ਮਿਲਣਗੇ। ਰੱਬ ਦੀ ਰਜ਼ਾ 'ਚ ਚੱਲਣ ਵਾਲਾ ਤੁਹਾਨੂੰ ਮਹਾਰਾਜ ਨੇ ਸਾਨੂੰ ਸਿਖਾਇਆ ਹੀ ਰੱਬ ਦੀ ਰਜ਼ਾ 'ਚ ਰਹਿਣਾ। ਜੋ ਕੁਝ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ ਤੇ ਸਿਖਾ ਤੈਨੂੰ ਉਹਦਾ ਹੁਕਮ ਸਿਰ ਮੱਥੇ ਤੇ ਮੰਨਣਾ ਚਾਹੀਦਾ। ਜੋ ਕੁਝ ਹੋ ਰਿਹਾ ਉਹਦੀ ਰਜ਼ਾ ਤੋਂ ਉਲਟ ਨਹੀਂ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਤੈਨੂੰ ਉਹਦੇ ਹੁਕਮ 'ਚ ਆ ਜਾਣਾ ਚਾਹੀਦਾ, ਉਹਦੀ ਰਜ਼ਾ 'ਚ ਹੀ ਚੱਲਣਾ ਚਾਹੀਦਾ। ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਜਪਜੀ ਸਾਹਿਬ ਤੋਂ ਹੀ। ਮਹਾਰਾਜ ਦੇ ਮੁੱਢਲੇ ਜਿਹੜੇ ਬਚਨ ਨੇ, ਕੂੜ ਦੀ ਕੰਧ ਟੁੱਟਣੀ ਹੈ, ਸਚਿਆਰ ਹੋਏਗਾ ਜਦੋਂ ਉਹਦੇ ਹੁਕਮ 'ਚ ਉਹਦੀ ਰਜ਼ਾ 'ਚ ਆਏਗਾ। ਮਹਾਰਾਜ ਨੇ ਅੱਗੇ ਆ ਕੇ ਗੱਲ ਕਹੀ, ਨਾ ਤੇਰਾ ਜਨਮ ਤੇਰੀ ਮਰਜ਼ੀ ਨਾਲ ਹੈ, ਨਾ ਤੇਰੀ ਮੌਤ ਰੱਬ ਦੀ ਰਜ਼ਾ 'ਚ ਆ।
ਜੋਰ ਨਾ ਜੀਵਨ ਮਰਨ ਨਹਿ ਜੋਰ। ਜਪਜੀ ਸਾਹਿਬ ਦੇ ਵਿੱਚ ਬਹੁਤ ਸਤਿਗੁਰਾਂ ਨੇ ਸਾਨੂੰ ਪਿਆਰ ਨਾਲ ਸਮਝਾਇਆ ਵੀ ਰੱਬ ਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨਾ ਚਾਹੀਦਾ ਹੈ। ਹਾਂ, ਉਹ ਰੱਬ ਭੁੱਲਣਾ ਨਹੀਂ ਚਾਹੀਦਾ ਜਿਹਦੇ ਹੁਕਮ 'ਚ ਚੱਲ ਰਿਹਾ ਹੈ, ਜਿਹੜਾ ਸਾਰਿਆਂ ਨੂੰ ਦੇ ਰਿਹਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਉਹ ਮਹਾਰਾਜ ਨੇ ਬਹੁਤ ਖੀਰ ਤੇ ਆ ਕੇ ਉਹਨਾਂ ਨੇ ਸੁਣਨ ਵਾਲੀਆਂ ਬੰਨਣ ਵਾਲੀਆਂ ਪੌੜੀਆਂ ਵੀ ਰਜ਼ਾ 'ਚ ਆ ਜਾਏ ਮਨੁੱਖ ਕਿਸੇ ਨਾ ਕਿਸੇ ਤਰ੍ਹਾਂ। ਸੁਣ ਮਨ ਫਿਰ ਰਜ਼ਾ 'ਚ ਲਿਆਉਣ ਵਾਸਤੇ ਤੇ ਮਹਾਰਾਜ ਕਹਿੰਦੇ ਨੇ ਸਾਨੂੰ ਰਜ਼ਾ 'ਚ ਆ, ਉਹਦੇ ਹੁਕਮ 'ਚ ਆ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ। ਜੋ ਕਰ ਰਿਹਾ ਤੇਰੇ ਭਲੇ ਵਾਸਤੇ ਕਰ ਰਿਹਾ। ਸਾਡੇ ਕੋਲ ਤਾਕਤ ਵੀ ਕੋਈ ਨਹੀਂ, ਅਸਾਂ ਜੋਰ ਨਾਹੀ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੈ। ਬਾਕੀ ਸਾਡੇ ਕੋਲ ਕੋਈ ਤਾਕਤ ਹੈ ਅਸੀਂ ਕੋਈ ਕਰ ਸਕੀਏ, ਰੱਬ ਦੇ ਕੀਤੇ ਨੂੰ ਪਲਟਾ ਸਕੀਏ, ਰੱਬ ਦੇ ਕੀਤੇ ਨੂੰ ਬਦਲ ਸਕੀਏ, ਕਦੇ ਵੀ ਨਹੀਂ ਹੋਣਾ। ਮਹਾਰਾਜ ਕਹਿੰਦੇ ਫਿਰ ਕਦੇ ਸੋ ਚੰਗਾ ਮਾਣ। ਰੱਬ ਜੋ ਕਰਦੇ ਉਹਨੂੰ ਚੰਗਾ ਕਰਕੇ ਮੰਨ ਲਾ। ਜੋ ਹੋਇਆ ਇਹ ਹੋਣਾ ਹੀ ਹੈ। ਮਸਕੀਨ ਸਾਹਿਬ ਇਸ ਵਿਸ਼ੇ ਤੇ ਬਹੁਤ ਕਥਾ ਕਰਦੇ ਵੀ ਜੋ ਹੋ ਗਿਆ ਉਹ ਹੋਣਾ ਹੀ ਸੀ। ਕਈ ਵਾਰੀ ਅਸੀਂ ਸੋਚਦੇ ਐ ਨਾ ਕਰਦੇ ਤੇ ਐ ਨਹੀਂ ਸੀ ਹੋਣਾ। ਉਹ ਕਹਿੰਦੇ ਨਹੀਂ, ਜੋ ਰੱਬ ਨੇ ਕਰਨਾ ਉਹ ਕਰਨਾ ਹੈ, ਇਹੀ ਤੇ ਉਹਦਾ ਹੁਕਮ ਹੈ। ਜੋ ਉਹਨੇ ਲਿਖ ਦਿੱਤਾ ਹੈ ਨਾ ਇਹ ਹੋਣਾ ਹੈ, ਉਹ ਹੋ ਕੇ ਹੀ ਰਹਿਣਾ। ਇੱਥੇ ਮਹਾਰਾਜ ਅੱਜ ਕਹਿੰਦੇ ਆ ਭਾਈ ਰੱਬ ਜੋ ਕਰਦਾ ਚੰਗਾ ਕਰਦਾ, ਉਹਦੇ ਕੀਤੇ ਨੂੰ ਤੂੰ ਸਿਰ ਮੱਥੇ ਤੇ ਪ੍ਰਵਾਨ ਕਰ। ਕਰੇ ਸੋ ਚੰਗਾ ਮਾਣ। ਰੱਬ ਜੋ ਕਰਦੇ ਉਹਨੂੰ ਚੰਗਾ ਕਰਕੇ ਭਲਾ ਕਰਕੇ ਮੰਨ। ਗਣਤ ਲਾਹੇ। ਔਰ ਦੂਈ ਗਣਤ ਦਾ ਦੂਸਰੀ ਗਣਤ, ਗਣਤ ਅਰਥ ਗਿਣਤੀਆਂ ਮਿੰਤੀਆਂ। ਚਿੰਤਾ ਫਿਕਰ ਨਾ ਕਰ ਕਿਸੇ ਗੱਲ ਦਾ, ਚਿੰਤਾ ਨਾ ਕਰ। ਰੱਬ ਜੋ ਕਰਦਾ ਨਾ ਉਹਦੀ ਰਜ਼ਾ 'ਚ ਆ ਜਾ। ਅੰਦਰਲੀਆਂ ਗਿਣਤੀਆਂ ਮਿੰਤੀਆਂ ਛੱਡ ਦੇ, ਅੱਗੇ ਕੀ ਹੋਏਗਾ, ਪਿੱਛੇ ਆਹ ਨਾ ਹੁੰਦਾ ਤੇ ਆਹ ਨਹੀਂ ਸੀ ਹੋਣਾ, ਇਹ ਨਾ ਕਰਦਾ ਤੇ ਆਹ ਨਹੀਂ ਸੀ। ਮਹਾਰਾਜ ਕਹਿੰਦੇ ਸਾਰੀਆਂ ਗਿਣਤੀਆਂ ਮਿੰਤੀਆਂ ਛੱਡ, ਰੱਬ ਤੇ ਹੀ ਛੱਡ। ਜੋ ਕੁਝ ਉਹ ਕਰੇਗਾ ਤੇਰੇ ਭਲੇ ਵਾਸਤੇ ਕਰੇਗਾ। ਜੋ ਕੁਝ ਉਹਨੇ ਕੀਤਾ ਤੇਰੇ ਭਲੇ ਵਾਸਤੇ ਕੀਤਾ, ਜੋ ਅੱਗੇ ਕਰੇਗਾ ਤੇਰੇ ਭਲੇ ਵਾਸਤੇ ਕਰੇਗਾ। ਦੂਸਰੀਆਂ ਗਿਣਤੀਆਂ ਮਿੰਤੀਆਂ ਛੱਡ। ਮੈਂ ਹਰੇਕ ਬੰਦਾ ਚਾਹੁੰਦਾ ਹੈ ਵੀ ਮੈਂ ਜੋ ਸੋਚਦਾ ਵੀ ਉਹਨੂੰ ਚਿੰਤਾ ਵੀ ਐ ਨਾ। ਕਈ ਵਾਰੀ ਬੰਦੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹ ਸਾਰੀ ਜ਼ਿੰਦਗੀ ਝੂਰਦਾ ਰਹਿੰਦਾ ਹੈ। ਕੋਈ ਨੁਕਸਾਨ ਹੋ ਗਿਆ ਸਾਰੀ ਜ਼ਿੰਦਗੀ ਐ ਨਹੀਂ, ਸਾਨੂੰ ਉਹਦੀ ਰਜ਼ਾ ਚਾਹਤਾ ਨਹੀਂ, ਇਹ ਹੋਣਾ ਹੀ ਸੀ। ਅੱਗੇ ਨਫਾ ਵੀ ਹੋਇਆ ਹੈ, ਨੁਕਸਾਨ ਵੀ ਹੋਣਾ ਹੈ, ਇਹ ਤੇ ਜੀਵਨ ਚੱਲਣਾ ਹੈ। ਮਹਾਰਾਜ ਕਹਿੰਦੇ ਗਿਣਤੀਆਂ ਮਿੰਤੀਆਂ ਛੱਡ, ਰੱਬ ਜੋ ਕਰਦਾ ਉਹਨੂੰ ਸਿਰ ਮੱਥੇ ਪ੍ਰਵਾਨ ਕਰ। ਆਪਣੀ ਨਦਰ ਨਿਹਾਲ। ਹਾਂ, ਇਹਦੇ ਇਹ ਵੀ ਅਰਥ ਹੈ ਵੀ ਤੂੰ ਅਰਦਾਸ ਕਰਿਆ ਕਰ ਵੀ ਮਹਾਰਾਜ ਤੂੰ ਆਪਣੀ ਮਿਹਰ ਭਰੀ ਨਦਰ ਕਰਕੇ ਮੈਨੂੰ ਨਿਹਾਲ ਕਰ ਦੇਣਾ ਕਰ। ਆਪੇ ਲਹੋ ਲਾਏ। ਆਪੇ ਹੀ ਆਪਣੇ ਨਾਲ ਜੋੜ ਦੇਣਾ ਕਰੋ, ਜਾਂ ਆਪਣੇ ਹੁਕਮ ਤੇ ਆਪਣੀ ਰਜ਼ਾ 'ਚ ਚਲਾਉਣਾ ਕਰੋ। ਤੁਹਾਡੀ ਬਖਸ਼ਿਸ਼ ਵਰਤੇਗੀ ਤੇ ਐਸਾ ਹੋ ਸਕਦਾ ਹੈ। ਆਪਣੀ ਨਦਰ ਨਿਹਾਲ ਆਪੇ ਲਹਿੋ ਲਾਏ। ਉਹ ਆਪਣੀ ਮਿਹਰ ਭਰੀ ਨਦਰ ਆਪ ਹੀ ਕਰਦਾ ਹੈ, ਆਪ ਹੀ ਜਿਹਨੂੰ ਜੋੜਦਾ ਹੁੰਦਾ ਭਾਈ ਆਪਣੇ ਚਰਨਾਂ ਨਾਲ ਮਿਲਾ ਲੈਂਦਾ, ਜੋੜ ਲੈਂਦਾ ਹੈ। ਜਨ ਦੇਹੁ ਮਤੇ ਉਪਦੇਸ਼। ਹਾਂ, ਅਰਦਾਸ ਸਾਡੀ ਹੋਣੀ ਚਾਹੀਦੀ ਹੈ। ਜਨ ਜਨ ਕਹਿ ਲਓ, ਸਿੱਖ ਕਹਿ ਲਓ, ਸੇਵਕ ਕਹਿ ਲਓ, ਦਾਸ ਕਹਿ ਲਓ। ਇਹਦਾ ਅਰਥ ਇਹ ਕੀ ਹੈ ਵੀ ਦੇਹੋ ਮਤੀ ਉਪਦੇਸ਼। ਸਤਿਗੁਰੂ ਜੀ ਮਤ ਤੇ ਉਪਦੇਸ਼ ਦਿਓ। ਅਸੀਂ ਇਹੀ ਕੁਝ ਲੈਣ ਆਉਣੇ ਆ ਮਹਾਰਾਜ ਦੇ ਕੋਲ। ਸਾਨੂੰ ਚੰਗੀ ਮਤ ਆ ਜਾਏ ਤੇ ਗੁਰੂ ਦੇ ਉਪਦੇਸ਼ ਤੇ ਚੱਲ ਸਕੀਏ। ਉਪਦੇਸ਼ ਨਾਲ ਹੀ ਮਹਾਰਾਜ ਮਤ ਦਿੰਦੇ ਆ। ਚੰਗੀ ਗੱਲ ਕੋਈ ਨਾ ਕੋਈ ਸਮਝਾਉਂਦੇ, ਮੰਨ ਲਈਏ ਤੇ ਉਹ ਚੰਗੀ ਮਤ ਹੈ। ਵੈਸੇ ਬੁਰੀ ਗੱਲ ਦਾ ਜ਼ਿਆਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ। ਜਿੰਨਾ ਮਨ ਬੁਰੇ ਕਰਮ ਨੂੰ ਕਬੂਲਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਤੇ ਕੋਈ 20 ਸਾਲ ਵੀ ਹਾਜ਼ਰੀ ਭਰਦਾ ਉਹ ਬਦਲਦਾ ਨਹੀਂ ਹੈ। ਤੇ ਕਿਸੇ ਨਸ਼ਾ ਕਰਨ ਵਾਲੇ ਬੰਦੇ ਕੋਲ 10 ਦਿਨ ਬੈਠ ਜਾਓ, ਨਸ਼ੇ ਦਾ ਆਦੀ ਹੋ ਜਾਂਦਾ ਹੈ। ਚੰਗੀਆਂ ਗੱਲਾਂ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ, ਬੁਰੇ ਪਾਸੇ ਮਨੁੱਖ ਬਹੁਤ ਜਲਦੀ ਤੁਰਦਾ ਹੈ। ਮਹਾਰਾਜ ਨੇ ਕਿਹਾ ਹੈ ਵੀ ਭੈੜੇ ਦੀ ਸੰਗਤ ਹੀ ਨਹੀਂ ਕਰਨੀ। ਮਹਾਰਾਜ ਦੇ ਬਚਨ ਨੇ ਵੀ ਤੂੰ ਰੋਜ਼ ਗੁਰੂ ਕੀ ਸੰਗਤ ਕਰਨੀ ਹੈ, 2 ਟਾਈਮ ਚੰਗੇ ਭਲੇ ਪੁਰਖਾਂ ਦੀ ਸੰਗਤ ਕਰਨੀ। ਸਹੀ ਪਿਆਰੇ ਮੇਲ
ਅਸੀਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਭਲਾ ਕਿੱਥੇ ਖੜ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਹੁਣ ਤੇ ਮਹਾਰਾਜ ਤੁਹਾਡੇ ਚਰਨਾਂ 'ਚ ਹੀ ਖੜੇ ਆ। ਹੁਣ ਤੇ ਭਲੇ ਦੀ ਸੰਗਤ, ਹੁਣ ਤੇ ਰੱਬ ਦੀ ਸੰਗਤ ਹੀ ਹੋ ਰਹੀ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਹੋ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਕੇ ਕਿਹਾ ਜਾਂਦਾ ਮਹਾਰਾਜ ਇਸ ਤੋਂ ਬਾਅਦ ਵੀ ਉਹਨਾਂ ਨੂੰ ਮਿਲਾਇਓ ਜਿਹੜੇ ਤੁਹਾਡੇ ਨਾਲ ਜੁੜੇ ਆ। ਇਹਦਾ ਮਤਲਬ ਬੁਰੇ ਦੀ ਸੰਗਤ ਨਹੀਂ ਕਰਨੀ, ਕਦੇ ਵੀ ਨਹੀਂ ਕਰਨੀ ਹੈ। ਗੁਰੂ ਦੀ ਸੰਗਤ ਤੋਂ ਅਸੀਂ ਇਹ ਮੰਗਦੇ ਹਾਂ ਵੀ ਭਲੇ ਮਨੁੱਖ ਦੀ ਸੰਗਤ ਦਿਓ। ਸਹੀ ਪਿਆਰੇ ਮੇਲ ਉਹਨਾਂ ਪਿਆਰਿਆਂ ਨਾਲ ਮਿਲਾਈ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਇੱਥੋਂ ਜਾਣ ਤੋਂ ਬਾਅਦ ਮੈਨੂੰ ਉਹ ਮਿਲੇ ਜਿਹਦੇ ਮਿਲਣ ਕਰਕੇ ਫਿਰ ਤੂੰ ਹੀ ਚੇਤੇ ਆਵੇਂ। ਤੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਮੈਨੂੰ ਰੱਬ ਚੇਤੇ ਆ ਜਾਏ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਤੇ ਰੱਬ ਚੇਤੇ ਆਉਣ ਕਰਕੇ ਫਿਰ ਮੈਨੂੰ ਸੁਖ ਮਿਲੇ। ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਮਹਾਰਾਜ ਕਹਿੰਦੇ ਆ ਭਲੇ ਦੀ ਸੰਗਤ ਕਰ। ਜਨ ਦੇਹੋ ਮਤੀ ਉਪਦੇਸ਼ ਸਤਿਗੁਰੂ ਜੀ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੈ ਤਿਉ ਕਰਨਾ। ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਇੱਥੇ ਆਣ ਕੇ ਨਾ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਅਹੰਕਾਰ ਵਾਲੇ ਪਾਸੋਂ ਮਨੁੱਖ ਬਚ ਜਾਂਦਾ। ਮਤ ਉੱਚੀ ਕਿਉਂਕਿ ਮਤ ਗੁਰੂ ਵਾਲੀ ਪ੍ਰਾਪਤ ਹੋ ਗਈ। 4 ਮੱਤਾਂ ਸ਼ਾਇਦ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੋਏਗੀ। ਇੱਕ ਹੈਗੀ ਗੁਰ ਮਤ, ਅਣ ਮਤ, ਮਨ ਮਤ, 3 ਤੇ ਕਈ ਹੋਰਨਾਂ ਮਤਾਂ ਪਿੱਛੇ ਵੀ। ਇੱਕ ਤਾਂ ਹੁੰਦਾ ਮਨ ਦੇ ਪਿੱਛੇ ਲੱਗਣਾ, ਇੱਕ ਹੁੰਦਾ ਦੂਸਰੇ ਪਿੱਛੇ ਲੱਗਣਾ, ਇੱਕ ਹੁੰਦਾ ਗੁਰੂ ਦੇ ਪਿੱਛੇ ਲੱਗਣਾ, ਉਹ ਗੁਰਮਤ ਹੈ। ਇੱਕ ਹੁੰਦੀ ਕੁਮਤ, ਚੌਥੀ ਜਿਹੜੀ ਭੈੜੀ ਮਤ, ਜਿਹਨੂੰ ਦੁਰਮਤ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਵੀ ਉਹ ਬੁਰੇ ਪਾਸੇ, ਬੁਰੇ ਦਾ ਪ੍ਰਭਾਵ ਵੀ ਅਸੀਂ ਕਬੂਲਣਾ, ਵੀ ਬੁਰੇ ਪਾਸੇ ਅਸੀਂ ਜਾਣਾ। ਸਾਨੂੰ ਗੁਰਮੁਖ ਪਿਆਰ ਨੂੰ ਸਿੱਖਿਆ ਲੈ ਲੈਣੀ ਚਾਹੀਦੀ, ਜਿੱਥੋਂ ਵੀ ਮਿਲਦੀ ਗੁਣ ਸਾਨੂੰ ਧਾਰਨ ਕਰ ਲੈਣਾ ਚਾਹੀਦਾ। ਬੁਰਾ ਧਿਆਨ ਦਿਓ, ਇੱਕ ਡਾਇਨਾ ਹੋਈ ਹੈ। ਮੈਂ ਇੱਕ ਦਿਨ ਨਾ ਕਿਸੇ ਕਿਤਾਬ 'ਚ ਉਹਦੇ ਬਾਰੇ ਪੜ੍ਹ ਰਿਹਾ ਹਾਂ। ਕਹਿੰਦੇ ਵੀ ਜਦੋਂ ਉਹ ਮਰੀ ਨਾ 60 ਲੱਖ ਬੰਦਾ ਉਹਦੀ ਅਰਥੀ ਨਾਲ ਚੱਲਿਆ ਜੀ। ਉਹਨੇ ਕੋਈ ਭਗਤੀ ਨਹੀਂ ਸੀ ਕੀਤੀ, ਉਹਨੇ ਕੋਈ ਨਾਮ ਨਹੀਂ ਸੀ ਜਪਿਆ, ਉਹਨੇ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ ਆਪਣੇ ਸਰੀਰ ਤੇ ਪਾਏ। ਮੇਰੇ ਹਿਸਾਬ ਦੇ ਨਾਲ ਮੈਂ ਜਿੰਨਾ ਕੁਝ ਪੜ੍ਹ ਚੁੱਕਿਆ ਹੈ, ਸਭ ਤੋਂ ਵੱਧ ਇਕੱਠ ਉਹਦੀ ਅਰਥੀ ਪਿੱਛੇ ਹੀ ਹੋਇਆ। 60 ਲੱਖ ਇਕੱਠ ਕਿਸੇ ਪਿੱਛੇ ਨਹੀਂ ਹੋਇਆ। ਕਾਰਨ ਪਤਾ ਕੀ ਸੀ? ਵੈਸੇ ਉਹ ਇੱਕ ਮਾਡਲ ਸੀ। ਧਿਆਨ ਦੇ ਕੇ ਬੇਨਤੀ ਸੁਣਿਓ। ਵੈਸੇ ਉਹ ਇੱਕ ਮਾਡਲ ਸੀ। ਉਹ ਫੈਸ਼ਨ ਦੇ ਨਾਲ ਨਹੀਂ ਚੱਲਦੀ, ਫੈਸ਼ਨ ਉਹਦੇ ਤੋਂ ਚੱਲਦਾ ਸੀ। ਧਿਆਨ ਦੇ ਕੇ ਬੇਨਤੀ ਸੁਣੋ, ਕਹਿਣਾ ਕੀ ਚਾਹੁੰਦਾ ਹੈ। ਉਹ ਜਿਹੋ ਜਿਹੇ ਆਪਣੇ ਵਾਲਾਂ ਦਾ ਸਟਾਈਲ ਕਰ ਲੈਂਦੀ ਸੀ ਲੋਕ, ਉਹੋ ਜਿਹੇ ਜਿਹੋ ਜਿਹੀ ਜੁੱਤੀ ਪਾਉਂਦੀ ਸੀ ਲੋਕ, ਉਹੋ ਜਿਹੇ ਕੱਪੜੇ ਲੋਕ ਖਰੀਦਦੇ ਸਨ। ਉਹ ਆਪਣੇ ਕੱਪੜੇ ਵੇਚ ਕੇ ਨਾ ਫਿਰ ਅਫਰੀਕਾ ਜਾਂਦੀ ਸੀ। ਅਫਰੀਕਾ ਉੱਥੇ ਗਰੀਬੀ ਬੜੀ ਸੀ। ਜਿਹੜਾ ਪੈਸਾ ਉਹਨੂੰ ਆਪਣੇ ਕੱਪੜਿਆਂ ਤੋਂ ਮਿਲਦਾ ਸੀ, ਉਹ ਗਰੀਬਾਂ ਦੇ ਨਾਲੋਂ ਪੈਸਾ ਸ਼ੇਅਰ ਕਰਦੀ ਸੀ। ਗਰੀਬਾਂ ਨੂੰ ਜਾ ਕੇ ਨਾ ਉਹਨੇ ਸਾਰਾ ਪੈਸਾ ਵੰਡਣਾ। ਤੇ ਉੱਥੋਂ ਦੇ ਅਫਰੀਕਾ ਦੇ ਲੋਕ ਉਹਨੂੰ, ਮੇਰੇ ਖਿਆਲ ਵੀ ਜੇ ਉਹਦੇ 'ਚ ਉਗਰ ਨਾ ਹੁੰਦੇ, ਜੇ ਕਿਤੇ ਹੁੰਦੀ ਉਹ ਕੇਸਾਧਾਰੀ, ਜੇ ਕਿਤੇ ਉਹਨੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੁੰਦੇ, ਜੇ ਉਹ ਕਿਤੇ ਗੁਰਮਤ ਦੇ ਦਾਇਰੇ 'ਚ ਵੀ ਰਹਿਣੀ ਬਹਿਣੀ 'ਚ ਹੁੰਦੀ, ਮੇਰਾ ਖਿਆਲ ਵੀ ਕਲਯੁੱਗ ਦਾ ਸਭ ਤੋਂ ਵੱਡਾ ਅਵਤਾਰ ਹੀ ਉਹਨੇ ਹੋਣਾ ਸੀ। ਉਹਦਾ ਕਰਮ ਇਹੋ ਜਿਹਾ। ਹੁਣ ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਣ ਜਿੱਥੋਂ ਮਿਲੇ ਅਸੀਂ ਔਗਣ ਉਹਦਾ ਤਿਆਗ ਕਰੀਏ ਵੀ ਉਹ ਕੇਸ ਕਤਲ ਕਰਾਉਂਦੀ ਸੀ, ਔਗਣ ਛੱਡ ਦਈਏ ਉਹ ਮਾਡਲ ਸੀ, ਔਗਣ ਛੱਡ ਦਈਏ ਵੀ ਹੋਰ, ਪਰ ਉਹ ਗੁਣ ਉਹਦਾ ਧਾਰਨ ਕਰੀਏ ਜਿਹੜਾ ਉਹ ਆਪਣਾ ਪੈਸਾ ਗਰੀਬਾਂ 'ਚ ਜਾ ਕੇ ਸ਼ੇਅਰ ਕਰਦੀ, ਸਾਰਿਆਂ ਨੂੰ ਵੰਡਦੀ ਸੀ। ਜਦੋਂ ਉਹ ਚੜ੍ਹਾਈ ਕੀਤੀ ਨਾ 60 ਲੱਖ ਬੰਦਾ ਉਹਦੀ ਅਰਥੀ ਨਾਲ ਤੁਰਿਆ। ਤੇ ਉਹ ਲਿਖਣ ਵਾਲੇ ਕਹਿੰਦੇ ਵੀ ਸਭ ਤੋਂ ਅੱਜ ਵੀ ਵਰਲਡ ਦੇ ਅੰਦਰੋਂ ਸਭ ਤੋਂ ਵੱਧ ਉਹਦੀ ਲਿਖੀ ਹੋਈ ਕਿਤਾਬ ਜਿਹੜੀ ਲੋਕਾਂ 'ਚ ਵਿਕੀ ਹੈ, ਉਹ ਉਨੀ ਕਿਤਾਬ ਕਿਸੇ ਨੇ ਨਹੀਂ ਵਿਕੀ। ਦਾਸ ਜਿਹੜੀ ਬੇਨਤੀ ਕਰਨਾ ਚਾਹੁੰਦਾ, ਜਿੱਥੋਂ ਮੱਤ ਮਿਲੇ ਨਾ, ਜਿੱਥੋਂ ਗੁਣ ਮਿਲੇ ਉੱਥੋਂ ਧਾਰਨ ਕਰ ਲਓ। ਔਗਣ ਦਾ ਤਿਆਗ ਕਰਨਾ। ਕਿਸੇ ਬੁਰੇ ਬੰਦੇ 'ਚੋਂ ਵੀ ਗੁਣ ਮਿਲ ਜਾਂਦਾ ਹੈ। ਮਹਾਰਾਜ ਨੇ ਤੇ ਸਾਨੂੰ ਕੂਕਰ 'ਚੋਂ ਵੀ ਗੁਣ ਲੈਣ ਦੀ ਗੱਲ ਕੀਤੀ। ਕਿਹੜਾ ਪੰਛੀ, ਕਿਹੜਾ ਪਸ਼ੂ ਜਿਹਦੀ ਉਦਾਹਰਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਮਝਾਇਆ ਕਿਹਨੂੰ ਹੈ? ਮਨੁੱਖ ਨੂੰ। ਹੁਣ ਕੁੱਤਿਆਂ ਦੀ 2 ਤਰ੍ਹਾਂ ਦੀ ਗੱਲ ਹੈ। ਮਹਾਰਾਜ ਕਹਿੰਦੇ ਦਰ ਦਰ ਤੇ ਜਾਣ ਵਾਲੇ ਉਹ ਬਿਰਤੀ ਛੱਡ ਦੇ, ਤੇ ਕੁੱਤਾ ਵਫਾਦਾਰ ਹੁੰਦਾ ਉਹ ਬਿਰਤੀ ਤੂੰ ਧਾਰਨ ਕਰ। ਮਹਾਰਾਜ ਨੇ ਕੂਕਰ ਤੋਂ ਵੀ ਉਪਦੇਸ਼ ਦਿੱਤਾ ਹੈ। ਸਾਨੂੰ ਸਿੱਖਿਆ ਲੈਣੀ ਚਾਹੀਦੀ ਜਿੱਥੋਂ ਮਿਲਦੀ ਹੈ। ਔਗਣ ਨਹੀਂ ਵੇਖਣਾ ਉਹਦੇ ਅੰਦਰ ਔਗਣ ਹੈ, ਉਹਦੇ 'ਚ ਗੁਣ ਵੇਖੀਏ ਵੀ ਉਹਦੇ ਅੰਦਰ ਗੁਣ ਵੀ ਹੈ। ਗੁਣ ਧਾਰਨ ਕਰੋ। ਜਨ ਦੇਹੋ ਮਤੀ ਉਪਦੇਸ਼। ਮਹਾਰਾਜ ਮੈਨੂੰ ਉਪਦੇਸ਼ ਦਿਓ, ਸ਼ੁਭ ਮੇਰੀ ਮੱਤ ਉੱਚੀ ਹੋ ਜੇ, ਮਨ ਨੀਵਾਂ ਹੋ ਜੇ।
ਉਪਦੇਸ਼ ਬਖਸ਼ਿਸ਼ ਕਰਕੇ ਚਾਹੋ ਭਰਮ ਜਾਏ। ਮੇਰੇ ਅੰਦਰੋਂ ਭਰਮ ਚਲਾ ਜਾਏ ਜੀ। ਵਿੱਚੋਂ ਅੰਦਰ ਭਰਮ ਹੈ ਨਾ ਸਾਡੇ, ਭਰਮ ਨੂੰ ਧਰਮ ਜਿਹੜਾ ਮੰਨੀ ਬੈਠੇ ਆ ਉਹ ਭਰਮ ਦੂਰ ਹੋ ਜਾਏ। ਭਰਮ ਭੁਲੇਖਾ ਹੁੰਦਾ ਹੈ, ਦੋ ਚਿੱਤਾਪਣ ਹੁੰਦਾ ਹੈ, ਅਸਲੀਅਤ ਤੋਂ ਉਲਟ ਜਾਣਨਾ ਹੁੰਦਾ ਹੈ। ਮਹਾਰਾਜ ਮੈਨੂੰ ਉਪਦੇਸ਼ ਦਿਓ, ਆਹ ਭਰਮ ਮੇਰੇ ਅੰਦਰੋਂ ਦੂਰ ਹੋ ਜਾਏ ਵੀ ਸੰਸਾਰ ਸੱਚਾ ਹੈ। ਇਹ ਭਰਮ ਦੂਰ ਹੋ ਜਾਏ ਵੀ ਆ ਰਿਸ਼ਤੇਦਾਰ ਮੇਰੇ ਨਾਲ ਨਿਭਣ ਵਾਲੇ ਨੇ। ਇਹ ਭਰਮ ਦੂਰ ਹੋ ਜਾਏ ਮੇਰੇ ਅੰਦਰੋਂ ਵੀ ਇਹ ਮਾਇਆ ਹੀ ਸਭ ਕੁਝ ਹੈ। ਅਸੀਂ ਭਰਮ 'ਚ ਹੈ ਨਾ ਵੀ ਇਹਨੂੰ ਹੁਣ ਫਸੇ ਹੋਏ ਆ, ਨਿਕਲਦੇ ਨੇ। ਮਹਾਰਾਜ ਕਹਿੰਦੇ ਆ ਭਰਮ ਕੇ ਪਰਦੇ ਸਤਿਗੁਰ ਖੋਲੇ। ਭਰਮ ਦੇ ਸਿੱਧੇ ਸਿੱਧੇ ਆਉਂਦੇ ਜਾਓ, ਇੱਕ ਇੱਕ ਪਰਦਾ ਕਰਕੇ ਗੁਰੂ ਸਾਹਿਬ ਨੇ ਖੋਲ ਦੇਣਾ। ਸਾਡੇ ਬਹੁਤ ਖੁੱਲ ਚੁੱਕੇ ਹੈ, ਖੋਲਦਾ ਹੈ। ਅਸਲੀਅਤ ਤੋਂ ਗੁਰੂ ਜਾਣੂ ਕਰਾਉਂਦਾ ਹੈ। ਮਹਾਰਾਜ ਉਪਦੇਸ਼ ਦਿਓ, ਮਤ ਦਿਓ, ਅੰਦਰੋਂ ਭਰਮ ਦੂਰ ਹੋ ਜਾਏ ਜੀ। ਜੋ ਧੁਰ ਲਿਖਿਆ ਲੇਖ। ਰੱਬ ਨੇ ਜੋ ਧੁਰ ਤੋਂ ਲੇਖ ਲਿਖ ਦਿੱਤਾ। ਇਸ ਵਿਸ਼ੇ ਤੇ ਦਾਸ ਨੇ ਬਹੁਤ ਮੇਰੀ ਬੇਨਤੀ ਕੀਤੀ ਹੈ। ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ। ਕਰਤਾਰ ਨੇ ਜੋ ਲਿਖ ਦਿੱਤੇ ਉਹ ਲੇਖ ਮਿਟ ਨਹੀਂ ਸਕਦਾ ਜੀ। ਜੋ ਲਿਖਿਆ ਸੋ ਵਰਤਦਾ ਨਾਨਕ ਮੇਟ ਨਾ ਸਕੇ ਕੋਈ। ਕੱਲ ਹੀ ਇੱਕ ਸਾਖੀ ਲੰਗੀ, ਸ਼ਾਇਦ ਸ਼ਾਮ ਦੇ ਦੀਵਾਨ, ਪਰਸੋਂ ਸ਼ਾਮ ਦੇ ਦੀਵਾਨਾਂ 'ਚ ਇੱਕ ਕਾਜੀ ਆਇਆ ਮਹਾਰਾਜ ਦੇ ਕੋਲ। ਉਹਨੇ ਮੋਹਰ ਦੀ, ਸ਼ਾਇਦ ਅੱਗੇ ਵੀ ਦਾਸ ਨੇ ਗੱਲ ਕੀਤੀ, ਕਹਿੰਦਾ ਜੀ ਸੁਣਿਆ ਰੱਬ ਜੋ ਲਿਖ ਦਿੰਦੇ ਉਹ ਬਦਲਦਾ ਨਹੀਂ ਹੈ। ਤੇ ਮਹਾਰਾਜ ਫਿਰ ਤੁਹਾਡੇ ਦਰਸ਼ਨਾਂ ਦਾ ਕੀ ਲਾਭ, ਲੋਕਾਂ ਨੂੰ ਭਰਮ 'ਚ ਨਾ ਪਾਓ। ਨੇ ਗੁਰੂ ਸਾਹਿਬ ਨੂੰ ਮੜ ਕੇ ਕਾਜੀ ਨੇ ਕਿਹਾ, ਕਹਿੰਦਾ ਜੀ ਤੁਹਾਡੇ ਕੋਲ ਬੈਠਣ ਦਾ ਫਿਰ ਕੀ। ਮਹਾਰਾਜ ਨੇ ਫਿਰ ਉਹ ਮੋਹਰ ਲਾ ਕੇ ਜਿਹੜੀ ਸਿਆਹੀ ਨਾਲ ਡੋਬ ਕੇ ਕਾਗਜ਼ ਤੇ ਉਹ ਪੁੱਠੇ ਅੱਖਰ ਸਿੱਧੇ ਹੋ ਗਏ। ਮਹਾਰਾਜ ਨੇ ਕਿਹਾ ਗੁਰੂ ਕੋਲ ਆਣ ਕੇ ਇੱਦਾਂ ਪੁੱਠੇ ਕਰਮ ਸਿੱਧੇ ਹੋ ਜਾਂਦੇ ਆ। ਜਾਂ ਪੰਜਵੇਂ ਪਾਤਸ਼ਾਹ ਦੇ ਜੀਵਨ ਸਾਖੀ ਆਉਂਦੀ, ਸੰਕੇਤ ਮੰਡੀ ਦਾ ਇੱਕ ਰਾਜਾ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਹੈ। ਰਾਤ ਉਹਨੇ ਸਿਣਿਆ ਭੇਜਿਆ, ਮਹਾਰਾਜ ਤੁਹਾਡੇ ਦਰਸ਼ਨ ਕਰਨੇ ਆ। ਮਹਾਰਾਜ ਕਹਿੰਦੇ ਆਰਾਮ ਕਰੋ, ਰਾਤ ਸਵੇਰੇ ਮਿਲਿਓ ਸਭਾ ਦੇ ਅੰਦਰ ਜਦੋਂ ਦੀਵਾਨ ਸਜੇਗਾ। ਰਾਤ ਉਹਨੇ ਆਰਾਮ ਕੀਤਾ, ਸਵੇਰੇ ਦੇ ਮਹਾਰਾਜ ਨਾ ਬਾਣੀ ਪੜ੍ਹ ਰਹੇ ਨੇ, ਨਿਤਨੇਮ ਕਰ ਰਹੇ ਆ। ਤੇ ਮਹਾਰਾਜ ਦੇ ਕੋਲ ਬੈਠ ਗਿਆ, ਸਤਿਗੁਰੂ ਬਾਣੀ ਪੜ੍ਹਦੇ ਸਨ। ਇਹੀ ਪੰਕਤੀ ਆ ਗਈ, ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ। ਉਹਦੇ ਨਾਲ ਅਰਥ ਵੀ ਚੱਲ ਰਹੇ ਸਨ ਵੀ ਜੋ ਰੱਬ ਨੇ ਲਿਖ ਦਿੱਤਾ ਮੇਟ ਨਹੀਂ ਸਕਦਾ ਕੋਈ। ਉਹ ਜਦੋਂ ਵਿਚਾਰ ਕਰਾਂਗੇ ਇਹੀ ਹੋਏਗੀ। ਉਹਨੂੰ ਸ਼ੱਕ, ਕਹਿੰਦਾ ਫਿਰ ਇੱਥੇ ਆਉਂਦਾ ਮੈਨੂੰ ਤੇ ਕੋਈ, ਮੈਂ ਤੇ ਆਪਦਾ ਕਾਰੋਬਾਰ, ਰਾਜੇ ਨੂੰ ਕੰਮ ਬੜੇ ਹੁੰਦੇ ਆ, ਕਹਿੰਦਾ ਮੈਂ ਤੇ ਸਭ ਕੁਝ ਰੋਕ ਕੇ ਸੰਕੋਚ ਕੇ ਆਇਆ, ਇਹਦਾ ਮਤਲਬ ਮੈਨੂੰ ਲਾਭ। ਉਹਨੇ ਸਵਾਲ ਕਰ ਲਿਆ, ਕਹਿੰਦਾ ਮਹਾਰਾਜ ਮੈਨੂੰ ਇੱਥੇ ਸ਼ੱਕ ਹੋ ਗਿਆ, ਇੱਕ ਭਰਮ ਪੈ ਗਿਆ ਆਣ ਕੇ ਗੁਰੂ ਘਰੇ ਵੀ ਜੋ ਲਿਖਿਆ ਮਿਟ ਨਹੀਂ ਸਕਦਾ। ਹੁਣ ਮਹਾਰਾਜ ਕਹਿੰਦੇ ਵੀ ਤੈਨੂੰ ਵੈਸੇ ਹੁਣ ਬੋਲ ਕੇ ਸਮਝਾ ਦਈਏ, ਆ ਜਾਏਗੀ ਸਮਝ। ਮਹਾਰਾਜ ਕਹਿੰਦੇ ਲੱਗਦਾ ਹੈ ਵੀ ਜਿਹੋ ਜਿਹਾ ਭਰਮ ਪੈਦਾ ਹੋ ਗਿਆ। ਨਹੀਂ, ਮਹਾਰਾਜ ਨੇ ਫਿਰ ਪ੍ਰੈਕਟੀਕਲ ਵਿਖਾਇਆ ਜੀ ਇਹਨੂੰ। ਕਈ ਵਾਰੀ ਹੁੰਦਾ ਬੋਲ ਕੇ, ਜਾਂ ਬੋਲ ਕੇ ਲਿਖ, ਜਾਂ ਬੋਲ ਕੇ ਸਮਝਾ ਦਈਏ, ਜਾਂ ਲਿਖ ਕੇ ਦੇ ਦਈਏ, ਜਾਂ ਫਿਰ ਪ੍ਰੈਕਟੀਕਲ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਜਾਂਦੀ ਹੈ। ਕਹਿੰਦਾ ਜੀ ਮੇਰਾ ਭਰਮ ਇਹ ਦੂਰ ਹੀ ਕਰ ਦਿਓ, ਮੈਂ ਹੁਣ ਬੜੀ ਸ਼ਰਧਾ ਨਾਲ ਆਇਆ ਸੀ। ਮਹਾਰਾਜ ਕਹਿੰਦੇ ਠੀਕ ਹੈ, ਕੋਈ 4 ਕੁ ਦਿਨ ਰੁਕੇਗਾ ਇੱਥੇ। ਕਹਿੰਦੇ ਜੀ ਹਾਂ। ਉਹ ਰਾਜਾ ਕਹਿੰਦਾ ਜੀ ਮਹਾਰਾਜ ਚੌਥੇ ਕੁ ਦਿਨ ਇਹਨੂੰ ਨਾ ਸ਼ਿਕਾਰ ਖੇਡਣ ਵਾਸਤੇ ਲੈ ਕੇ ਜਾਂਦੇ ਨਾਲ। ਉਹ ਸੰਕੇਤ ਇਹ ਸੂਰਜ ਪ੍ਰਕਾਸ਼ ਗ੍ਰੰਥ ਦਾ ਪ੍ਰਸੰਗ ਹੈ। ਸ਼ਿਕਾਰ ਖੇਡਣ ਲੈ ਕੇ ਜਾਂਦੇ। ਮਹਾਰਾਜ ਨੇ ਇੱਕ ਉਹ ਲੀਲਾ ਘਟਨਾ ਘਟੀ ਉੱਥੇ ਵੀ ਮਹਾਰਾਜ ਇਹਦਾ ਸਾਥ ਛੱਡ ਜਾਂਦੇ ਜਦੋਂ ਸ਼ਿਕਾਰ ਖੇਡਣ ਜਾਂਦੇ। ਹੁਣ ਇਹ ਨਵਾਂ ਇਲਾਕਾ ਸੀ, ਇੱਧਰ ਕਿਹੜਾ ਸ਼ਿਕਾਰ ਖੇਡਦਾ ਰਿਹਾ ਰਾਜਾ, ਸੰਕੇਤ ਮੰਡੀ ਦਾ ਤੇ ਰਾਜਾ ਹੈ। ਉਹ ਮਹਾਰਾਜ ਨਾਲੋਂ ਵਿਛੜ ਜਾਂਦੇ, ਇੱਕ ਕਸਬੇ ਕੋਲ ਚਲਾ ਜਾਂਦਾ। ਜੰਗਲ ਸੀ ਏਰੀਆ ਇਹ ਸਾਰਾ। ਉਦੋਂ ਉਹ ਇੱਕ ਕਸਬਾ ਆ ਜਾਂਦਾ ਜੀ ਗਰੀਬਾਂ ਦਾ। ਉਹ ਅੱਗੇ ਬਹੁਤ ਗਰੀਬ ਲੋਕ ਉੱਥੇ ਰਹਿੰਦੇ ਸਨ। ਪਰ ਰਾਜਾ ਮਹਾਰਾਜਾ ਨਾਲੋਂ ਵਿਛੜ ਕੇ ਉਸ ਕਸਬੇ ਦੇ ਬਾਹਰ ਚਲਾ ਜਾਂਦਾ ਹੈ। ਉਹ ਜਦੋਂ ਬਾਹਰ ਜਾਂਦਾ ਹੈ ਨਾ, ਤੇ ਇੱਕ ਆਦਮੀ ਆਉਂਦਾ, ਉਹ ਰਾਜੇ ਨੂੰ ਕਹੇ ਕਿ ਨਾ ਵੀ ਮੇਰਾ ਬਾਪ ਆ ਗਿਆ, ਬਾਪ ਆ ਗਿਆ। ਉਹ ਪੁਕਾਰਦਾ। ਉਹ ਰਾਜਾ ਹੈਰਾਨ, ਕਹਿੰਦੇ ਕੌਣ ਹੈ ਵੀ ਜਿਹੜਾ ਚੰਡਾਲਾਂ ਦੀ ਬਸਤੀ ਸੀ। ਉਹ ਘਰੇ ਗਿਆ ਜੀ, ਉਹਨੇ ਆਪਣੀ ਮਾਂ ਨੂੰ ਲੈ ਆਂਦਾ, ਆਪਣੇ ਹੋਰ ਜਿਹੜੇ ਭਰਾ ਸਨ, ਸਾਰਾ ਪਿੰਡ ਆ ਗਿਆ। ਤੇ ਉਹ ਆ ਕੇ ਉਹ ਜਿਹੜੀ ਇੱਕ ਔਰਤ ਕਹਿ ਰਹੀ ਵੀ ਤੁਸੀਂ ਕਿੱਥੇ ਚਲੇ ਗਏ ਸੀ, ਤੁਹਾਨੂੰ ਕਿੰਨੇ ਦਿਨਾਂ ਨੂੰ ਤੁਸੀਂ, ਹੁਣ ਆ ਘੋੜਾ ਕਿੱਥੋਂ ਮਿਲਿਆ ਤੁਹਾਨੂੰ, ਇੰਨੇ ਕੀਮਤੀ ਕੱਪੜੇ। ਉਹ ਹੈਰਾਨ ਹੋਈ ਜਾਂਦਾ ਵੀ ਇਹ ਕੀ ਕਰੀ ਜਾਂਦੇ ਆ। ਉਹ ਕਹਿੰਦੀ ਜੀ ਤੁਸੀਂ ਬੋਲਦੇ ਨਹੀਂ, ਤੁਸੀਂ ਮੇਰੇ ਪਤੀ ਹੋ। ਕਹਿੰਦਾ ਮੈਂ ਕਿਸੇ ਦਾ ਪਤੀ ਪੁਤੀ ਨਹੀਂ। ਉਹ ਬੱਚੇ ਕਹਿੰਦੇ ਤੁਸੀਂ ਸਾਡੇ ਬਾਪ ਹੋ, ਭਰਾ ਕਹਿੰਦੇ ਤੂੰ ਸਾਡਾ ਭਰਾ।
ਉਹ ਬੜਾ ਹੈਰਾਨ ਕਹਿੰਦਾ ਮੈਂ ਇੱਧਰ ਕਦੀ ਮੈਂ ਫਲਾਣਾ ਰਾਜਾ ਮੰਨਣ ਲਈ ਤਿਆਰ ਨਾ, ਤੁਸੀਂ ਦੱਸੋ ਆ ਕੀਮਤੀ ਘੋੜਾ ਕਿੱਥੋਂ ਲਿਆ, ਕਿੰਨੇ ਇੰਨੇ ਦਿਨ ਕਿੱਥੇ ਰਹੇ। ਉਹ ਸਭ ਕੁਝ ਉਹ ਹੈਰਾਨ ਹੋ ਗਿਆ ਵੀ ਇਹ ਕੀ ਬਣ ਰਿਹਾ। ਉਹ ਬੱਚੇ ਕਹਿੰਦੇ ਤੂੰ ਸਾਡਾ ਬਾਪ, ਇੰਨੇ ਦਿਨ ਹੋ ਗਏ ਵਿਛੜ ਗਏ ਅਸੀਂ, ਇੰਨੇ ਦਿਨ ਉਹ ਸਾਰੀ ਗੱਲ ਨੂੰ ਉਹ ਹੈਰਾਨ ਹੋਈ ਜਾਂਦਾ, ਮੈਂ ਤੁਹਾਡਾ ਕੋਈ, ਮੇਰੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੈ, ਤੁਹਾਡੇ ਨਾਲ ਮੇਰਾ ਕੋਈ ਸੰਬੰਧ ਨਹੀਂ। ਮਹਾਰਾਜ ਆ ਗਏ ਜੀ। ਜਦੋਂ ਮਹਾਰਾਜ ਆਏ ਤੇ ਮਹਾਰਾਜ ਇਹ ਕੀ ਹੋ ਰਿਹਾ, ਚਲੋ ਵੀ ਉਹ ਜਾਣਦੇ ਸਨ ਗੁਰੂ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉਹ ਜਾਣਦੇ ਸਨ। ਉਹਨਾਂ ਨੇ ਫਿਰ ਰੁਕ ਕੇ ਕਹਿੰਦੇ ਜੀ ਗੁਰੂ ਸਾਹਿਬ ਜੀ ਫੈਸਲਾ ਕਰ ਦਿੰਦੇ ਤੇ ਕੱਟ ਕੇ ਅੰਦਰ ਕੀ ਜਾਂਦਾ। ਮਹਾਰਾਜ ਨੇ ਕਿਹਾ ਵੀ ਇਹ ਤੁਹਾਡਾ, ਉਸ ਔਰਤ ਨੂੰ ਕਿ ਤੁਹਾਡਾ ਪਤੀ ਨਹੀਂ ਹੈ, ਤੁਹਾਡਾ ਬਾਪ ਨਹੀਂ ਹੈ, ਤੁਹਾਡਾ ਭਰਾ ਨਹੀਂ ਹੈ। ਉਹਨਾਂ ਨੂੰ ਕਿਹਾ, ਕਹਿੰਦੇ ਜੀ ਉਹੀ ਬਿਲਕੁਲ ਸ਼ਕਲ ਸਾਰਾ ਕੁਝ ਹੂ ਮੂੰਹ ਸਭ ਕੁਝ। ਕਹਿੰਦੇ ਜੀ ਮਹਾਰਾਜ ਨੇ ਕਿਹਾ ਵੀ ਐਂ ਕਰੋ, ਤੁਸੀਂ ਜਿੱਥੇ ਲਾਸ਼ ਦੱਬੀ ਸੀ ਉਹ ਲਾਸ਼ ਵੇਖ ਲਓ, ਜੇ ਉਹਦੀ ਹੋਈ ਵੀ ਥੋੜੇ ਦਿਨ ਤੁਸੀਂ ਕਹਿੰਦੇ ਚੜ੍ਹਾਈ ਕੀਤਾ, ਫਿਰ ਉਹ ਤੁਹਾਡਾ ਬਾਪ ਦੇ ਚੜ੍ਹਾਈ ਕਰ ਗਿਆ ਕੁਝ ਹੋਰ ਹੈ, ਜੇ ਲਾਸ਼ ਨਾ ਹੋਈ ਫਿਰ ਹੀ ਹੋਏਗਾ। ਉਹਨਾਂ ਵੇਖਿਆ ਜੀ ਲਾਸ਼ ਉੱਥੇ ਜਿਹੜੀ ਅੱਧੀ ਕੁ ਸੜੀ ਪਈ ਹੈ, ਗਲੀ ਪਈ ਹੈ, ਲਾਸ਼ ਉੱਥੇ ਹੀ ਹੈ। ਫਿਰ ਉਹਨਾਂ ਨੂੰ ਯਕੀਨ ਹੋਇਆ। ਉਹ ਰਾਜਾ ਬੜਾ ਡਰ ਗਿਆ ਜੀ ਇਹ ਘਟਨਾ ਵੇਖ ਕੇ, ਕਿਉਂਕਿ ਇਹੀ ਘਟਨਾ ਦਾ ਇੱਕ ਸੁਪਨਾ ਆਇਆ ਸੀ ਰਾਜੇ ਨੂੰ ਉਸੇ ਰਾਤ। ਹੈਰਾਨਗੀ ਉਦੋਂ ਹੀ ਵੀ ਆਹ ਸੁਪਨਾ ਉਸ ਰਾਜੇ ਨੇ ਰਾਤ ਵੇਖਿਆ ਸੀ, ਜੋ ਕੁਝ ਹੁਣ ਪ੍ਰਤੱਖ ਘਟਨਾ ਵਾਪਰੀ ਹੈ। ਫਿਰ ਮਹਾਰਾਜ ਨੂੰ ਸ਼ਾਮ ਨੂੰ ਪੁੱਛਦਾ, ਕਹਿੰਦਾ ਮਹਾਰਾਜ ਦੱਸੋ ਇਹ ਕੀ। ਮਹਾਰਾਜ ਕਹਿੰਦੇ ਓਏ ਤੈਨੂੰ ਸੁਪਨਾ ਉਹੀ ਆਇਆ ਨਾ ਜੋ ਵੇਖਿਆ। ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਲੈ ਵੀ ਗੁਰੂ ਘਰ ਆਉਣ ਕਰਕੇ ਤੇਰਾ ਉਹ ਅਗਲਾ ਜਨਮ ਜਿੱਥੇ ਤੂੰ ਲੈਣਾ ਸੀ ਸਾਰਾ ਕੁਝ ਅੱਖੀਂ ਵੇਖ ਲਿਆ, ਉਹ ਤੇਰਾ ਜਨਮ ਅਸੀਂ ਸੁਪਨੇ 'ਚ ਕੱਟ ਦਿੱਤਾ। ਗੁਰੂ ਘਰ ਆਉਣ ਦਾ ਆਹ ਲਾਭ ਹੈ, ਗੁਰੂ ਕਰਮ ਬਦਲ ਦਿੰਦਾ। ਸੁਪਨੇ 'ਚ ਜੋ ਵੇਖਿਆ ਤੂੰ ਪ੍ਰਤੱਖ ਵਿਖਾਤਾ। ਮਹਾਰਾਜ ਕਹਿੰਦੇ ਅਸੀਂ ਕਹਿੰਦੇ ਆ ਅਗਲਾ ਜਨਮ ਤੇਰੇ ਕਰਮਾਂ ਅਨੁਸਾਰ ਉੱਥੇ ਹੋਣਾ ਸੀ, ਹੁਣ ਗੁਰੂ ਘਰ ਆ ਗਿਆ, ਤੇਰੀ ਸ਼ਰਧਾ ਬਣ ਗਈ ਗੁਰੂ ਨਾਨਕ ਸਾਹਿਬ ਦੇ ਘਰ ਤੇ, ਹੁਣ ਤੇਰਾ ਜਨਮ ਉੱਥੇ ਨਹੀਂ ਹੋਏਗਾ। ਨਹੀਂ ਤਾਂ ਇੰਨੀ ਗਰੀਬੀ ਆਹ ਕੁਝ ਸਾਰਾ ਕੁਝ ਤੈਨੂੰ ਅਗਲੇ ਜਨਮ 'ਚ ਪ੍ਰਾਪਤ ਹੋਣਾ ਸੀ, ਇਹ ਤੇਰਾ ਪਰਿਵਾਰ ਸਾਰਾ ਕੁਝ। ਮਹਾਰਾਜ ਕਹਿੰਦੇ ਸੁਪਨੇ 'ਚ ਅਸੀਂ ਕੱਟ ਦਿੱਤਾ। ਇੱਥੇ ਮਹਾਰਾਜ ਇਹੀ ਤੇ ਗੱਲ ਕਰਦੇ ਹੈ ਵੀ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ। ਰੱਬ ਨੇ ਜੋ ਲਿਖ ਦਿੱਤਾ ਹੈ ਨਾ, ਸਾਡੇ ਜਨਮ ਤੋਂ ਪਹਿਲਾਂ ਸਾਡੀ ਉਮਰ ਕਿੰਨੀ ਕੁ ਹੈ, ਕੀ ਕੁਝ ਮਿਲਣਾ ਹੈ, ਸਾਰਾ ਕੁਝ ਰੱਬ ਨੇ ਲਿਖਿਆ ਹੈ। ਹਾਂ, ਸਾਡੇ ਗੁਰੂ ਸਾਹਿਬ ਕੋਲ ਤਾਕਤ ਹੈ, ਕੋਈ ਇੱਥੇ ਆਉਂਦਾ ਮਹਾਰਾਜ ਜੀਵਨ ਪਲਟ ਕੇ ਰੱਖ ਦਿੰਦੇ ਹੈ। ਗੁਰੂ ਸਾਹਿਬ ਜੀ ਕੀ ਕਰਦੇ, ਇੱਥੇ ਆਉਣ ਤੇ ਸਾਡਾ ਵਿਚਾਰ ਬਦਲ ਦਿੰਦੇ ਹੈ। ਵਿਚਾਰ ਬਦਲਣ ਨਾਲ ਬੰਦੇ ਦਾ ਸੰਸਾਰ ਬਦਲ ਜਾਂਦਾ ਹੈ। ਤੁਸੀਂ ਗੁਰਦੁਆਰੇ ਆਏ, ਤੁਹਾਡੇ ਵਿਚਾਰ ਬਦਲ ਗਏ ਨਾ, ਤੁਹਾਡੇ ਪੁਰਾਣੇ ਮਿੱਤਰ ਤੁਹਾਨੂੰ ਚੰਗੇ ਨਹੀਂ ਲੱਗਣਗੇ। ਹੁਣ ਵਿਚਾਰ ਬਦਲ ਗਿਆ। ਮੰਨ ਲਓ ਕੋਈ ਨਸ਼ਾ ਕਰਦਾ ਸੀ, ਔਰ ਸ਼ਾਮ ਨੂੰ ਤੇ ਲੱਭਦੇ ਨੇ ਵੀ ਕਿਹੜਾ ਅੱਜ ਮਿਲੇਗਾ, ਕਿਹਦੇ ਕੋਲ ਬੈਠਣਾ, ਕਿਹਦੇ ਘਰੇ, ਕਿਸ ਹੋਸਟਲ 'ਚ ਕਿੱਥੇ ਜਾਣਾ। ਹੁਣ ਵਿਚਾਰ ਗੁਰੂ ਸਾਹਿਬ ਨੇ ਬਦਲਦੇ, ਨਸ਼ਾ ਕਰਨਾ ਹੀ ਨਹੀਂ। ਦੱਸੋ ਬੰਦਾ ਉਹਨਾਂ ਬੰਦਿਆਂ ਨਾਲ ਮੇਲ ਰੱਖੇਗਾ? ਕਦੇ ਨਹੀਂ। ਹੁਣ ਤੇ ਉਹ ਰਹਿਰਾਸ ਸਾਹਿਬ ਦੇ ਪਾਠ ਕਰਨ ਵਾਲੇ ਕੋਲ ਜਾਏਗਾ, ਮੈਂ ਤੇ ਗੁਰਦੁਆਰੇ ਜਾਣਾ ਭਾਈ, ਮੇਰੇ ਕੋਲ ਟਾਈਮ ਨਹੀਂ। ਗੁਰੂ ਸਾਹਿਬ ਨੇ ਵਿਚਾਰ ਬਦਲੇ, ਵਿਚਾਰ ਬਦਲ ਕੇ ਸੰਸਾਰ ਬਦਲ ਦਿੰਦਾ ਗੁਰੂ। ਉਹ ਪਾਸੇ ਹੀ ਪਲਟ ਕੇ ਰੱਖ ਦਿੰਦਾ। ਜਿਹੜਾ ਮਨੁੱਖ ਉਹਦੇ ਗੁਰਦੁਆਰੇ ਦੇ ਅੱਗੋਂ ਦੀ ਨਹੀਂ ਸੀ ਲੰਘਦਾ, ਝੱਕਦਾ ਸੀ, ਉਹ ਗੁਰਦੁਆਰਾ ਛੱਡ ਕੇ ਬਾਹਰ ਹੀ ਨਹੀਂ ਨਿਕਲਦਾ। ਉਹ ਕਹਿੰਦਾ ਜੀਵਨ ਤੇ ਇੱਥੇ ਹੀ ਹੈ। ਕੱਲ ਨਾ ਜਿਹੜਾ ਸ਼ਬਦ ਆਪਾਂ ਆਪ ਜੀ ਨੇ ਸਰਵਣ ਕੀਤਾ, ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ, ਇਹਦੇ ਤੇ ਅਰਥ ਕੀ ਹੈ? ਜਦੋਂ ਗੁਰੂ ਤੇ ਰੱਬ ਸਾਨੂੰ ਰੱਖਦਾ, ਫਿਰ ਆਤਮਿਕ ਮੌਤੇ ਸਾਨੂੰ ਕੌਣ ਮਾਰ ਸਕਦਾ? ਫਿਰ ਕੋਈ ਨਹੀਂ ਜੇ ਸਾਨੂੰ ਮਾਰ ਸਕਦਾ, ਕਿਸੇ ਕੋਲ ਤਾਕਤ ਕੋਈ ਨਹੀਂ ਹੈ। ਜੋ ਪ੍ਰਭ ਰੱਖੇ ਆਪ, ਜੇ ਸਾਨੂੰ ਬੁਰੇ ਪਾਸਿਓਂ ਗੁਰੂ ਰੱਬ ਰੱਖ ਲੇ ਨਾ, ਤਿੰਨ ਕੋਏ ਨਾ ਮਾਰੀ ਆਤਮਿਕ ਮੌਤੇ, ਫਿਰ ਕੋਈ ਚੀਜ਼ ਸਾਨੂੰ ਮਾਰ ਨਹੀਂ ਸਕਦੀ ਹੈ। ਬਸ ਇਹੀ ਹੈ, ਉਹ ਜਿਹੜੇ ਰੱਬ ਨੇ ਲੇਖ ਲਿਖ ਦਿੱਤੇ, ਇੱਥੇ ਆਣ ਕੇ ਗੁਰੂ ਬਦਲ ਦਿੰਦੇ, ਬੁਰਿਆਂ ਨੂੰ ਭਲਿਆਂ 'ਚ ਬਦਲ ਦਿੰਦਾ, ਬੁਰੇ ਕਰਮ ਕੱਟ ਕੇ ਚੰਗੇ ਸੰਸਕਾਰ ਦੇ ਕੇ ਅਗਲਾ ਜੀਵਨ ਸੁਖੀ ਬਣਾ ਦਿੰਦਾ ਹੈ ਗੁਰੂ ਜੀ। ਸਭ ਕਛ ਤਿਸ ਦੇ ਵਸ, ਸਭ ਕੁਝ ਪ੍ਰਮਾਤਮਾ ਦੇ ਵਸ ਹੈ ਨਾ, ਸਾਡੇ ਵੱਸ ਕੁਝ ਵੀ ਨਹੀਂ ਹੈ। ਇੱਥੇ ਤੇ ਨਾਨਕ ਵੱਜਦਾ ਜੰਤ ਵਜਾਇਆ, ਅਸੀਂ ਵਾਜੇ ਵਜਾ ਰਿਹਾ, ਸਾਡੇ ਵੱਸ ਕੁਝ ਵੀ ਨਹੀਂ, ਅਸੀਂ ਕੁਝ ਨਹੀਂ ਕਰ ਸਕਦੇ ਹਾਂ ਜੀ। ਸਭ ਕੋ ਤੇਰੇ ਵੱਸ ਅਗਮ ਅਗੋਚਰਾ, ਸਾਡੇ ਵੱਸ ਕੀ ਹੈ? ਕੁਝ ਨਹੀਂ ਅਸੀਂ ਕਰ ਸਕਦੇ। ਅਸੀਂ ਤੇ ਚੌਂਕੜੇ ਮਾਰ ਕੇ ਬੈਠੇ ਹਾਂ, ਸਤਿਆ ਨਾਂ ਦਾ ਵੀ ਉੱਠ ਕੇ ਘਰੇ ਨਹੀਂ ਜਾ ਸਕਦੇ, ਕੁਝ ਨਹੀਂ। ਸਾਡੇ ਕੋਲ ਤਾਕਤ ਹੈ ਹੀ ਕੁਝ ਨਹੀਂ ਹੈ। ਉਹ ਪ੍ਰਮਾਤਮਾ ਕਰ ਰਿਹਾ ਜੀ, ਜੋ ਕਰ ਰਿਹਾ ਸਭ ਕੋ ਉਹਦੇ ਵੱਸ ਹੈ। ਉਹ ਦੂਜੀ ਥਾਂ ਤੇ ਕਿੱਥੇ ਜਾਵਾਂਗੇ ਜਦੋਂ ਕਿਸੇ ਦੇ ਵੱਸ ਹੀ ਕੁਝ ਨਹੀਂ ਹੈ। ਜੋ ਕੁਝ ਕਰ ਰਿਹਾ ਉਹ ਵਾਹਿਗੁਰੂ ਕਰ ਰਿਹਾ ਹੈ। ਨਾਨਕ ਸੁਖ
ਸੁਖ ਅਨੰਦ ਭਏ। ਨਾਨਕ ਭਾਈ ਫਿਰ ਜੀਵਨ 'ਚ ਸੁਖ ਤੇ ਆਨੰਦ ਪ੍ਰਾਪਤ ਹੁੰਦੇ ਹਨ। ਪ੍ਰਭ ਕੇ ਮਨ ਰਜਾਏ। ਜਿਹੜਾ ਪ੍ਰਭੂ ਦੀ ਰਜ਼ਾ ਨੂੰ ਮੰਨ ਲੈਂਦਾ ਹੈ। ਰੱਬ ਤਾਂ ਇੱਥੋਂ ਸੀ ਨਾ, ਕਰੇ ਸੋ ਚੰਗਾ ਮਾਨ। ਅਖੀਰ ਤੇ ਮਹਾਰਾਜ ਕਿਹਾ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ। ਜਿਹਨੇ ਪ੍ਰਭੂ ਦੀ ਰਜ਼ਾ ਨੂੰ ਮੰਨ ਲਿਆ, ਉਹਦੇ ਜੀਵਨ 'ਚ ਆਨੰਦ ਤੇ ਸੁਖ ਉਹਨੂੰ ਪ੍ਰਾਪਤ ਹੁੰਦਾ ਹੈ। ਆਓ ਜੀ ਆਪਾਂ ਥੋੜੇ ਜਿਹੇ ਮਿੰਟ ਬਚੇ ਹੈ, ਜਿਹੜੀ ਉਹ ਬਸੰਤ ਕੀ ਵਾਰ ਦੇ ਅਰਥ ਆਪਾਂ ਸੰਖੇਪ ਸਰਵਣ ਕਰਦੇ ਹਾਂ। ਬਸੰਤ ਕੀ ਵਾਰ ਮਹੱਲ ਪੰਜਵਾਂ ਜੀ, ਇਹਨੂੰ ਮਹੱਲ ਪੜ੍ਹਦੇ ਵੈਸੇ ਸਾਰੇ ਦੂਸਰੇ ਮਹੱਲੇ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪ੍ਰਮਾਤਮਾ ਇੱਕ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਸਾਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਰੱਬ 'ਚ ਕਹਿੰਦੇ ਨੇ ਹਰਿ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਮਹਾਰਾਜ ਕਹਿੰਦੇ ਬੰਦਿਆ ਹਰਿ ਦਾ ਨਾਮ ਧਿਆ ਤੇ ਹਰਿਆ ਹੋਏਗਾ ਅੰਦਰੋਂ। ਨਾਮ ਜਪਿਆ ਬਸੰਤ ਵਰਗੀ ਰੁੱਤ ਅੰਦਰ ਆ ਜਾਂਦੀ ਹੈ ਜੀ। ਸੂਕੇ ਹਰੇ ਕੀਏ ਖੇਨ ਮਾਹੀ। ਜਪਣ ਵਾਲੇ ਸੁੱਕਾ ਕੌਣ ਹੈ? ਸਾਡਾ ਮਨ ਸੜਿਆ ਹੋਇਆ ਜਾਂ ਜੀਉ ਤਪਤ ਹੈ ਮਾਰੂ ਮਾਰ। ਉਹ ਸੁੱਕਾ ਸੜਿਆ ਮਨ ਜਿਹੜਾ ਨਾ ਹਰਿਆ ਭਰਿਆ ਹੋਏਗਾ। ਹਰਿ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਦ। ਬਸੰਤ ਦਾ ਅਰਥ ਵੀ ਤੇ ਹਰਿਆ ਭਰਿਆ ਹੀ ਹੈ। ਉਹਨਾਂ ਦੇ ਅੰਦਰ ਬਸੰਤ ਵਰਗੀ ਰੁੱਤ ਹੈ, ਆਨੰਦ ਹੈ, ਖੁਸ਼ੀ ਹੈ, ਖੇੜਾ ਹੈ। ਜਿਨ ਘਰ ਵਸਿਆ ਕੰਤ। ਕੰਤ ਪ੍ਰਮਾਤਮਾ ਜੀ ਦੇ ਹਿਰਦੇ 'ਚ ਵਸ ਜਾਂਦਾ ਹੈ। ਜਿਨ ਕੇ ਕੰਤ ਦਿਸ਼ਾਪੁਰੀ, ਜਿਨ੍ਹਾਂ ਨੇ ਪਤੀ ਪ੍ਰਮਾਤਮਾ ਨੂੰ ਦੂਰ ਰੱਖਿਆ ਹੋਇਆ ਵੀ ਦਿਸ਼ਾਪੁਰੀ ਉਹ ਹੈ ਹੀ ਨਹੀਂ। ਅਤੇ ਰੱਬ ਨੂੰ ਅਸੀਂ ਨੇੜੇ ਵੀ ਨਹੀਂ ਕਹਿਣਾ। ਕਈ ਵਾਰੀ ਚਲੋ ਦਾਸ ਬੇਨਤੀ ਕਰ ਦਿੰਦਾ, ਸਭ ਤੋਂ ਨੇੜੇ ਰੱਬ ਹੈ। ਰੱਬ ਨੇੜੇ ਨਹੀਂ, ਰੱਬ ਅੰਦਰ ਹੈ। ਜਿਹੜੇ ਨੇੜੇ ਕਹਿੰਦੇ ਨਾ ਉਹ ਫਿਰ ਸਾਡੇ ਤੋਂ ਦੂਰ ਵੀ ਹੁੰਦਾ ਹੈ। ਮੰਨ ਲਓ ਵੀ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੇੜੇ, ਜੇ ਨੇੜੇ ਕਹੀਏ ਤਾਂ ਇਹਦਾ ਮਤਲਬ ਇੱਕ ਹੱਥ ਗੁਰੂ ਦੂਰ ਵੀ ਹੈ। ਸਰੀਰ ਤੇ ਸਾਡਾ ਨਾਲ ਨਹੀਂ ਲੱਗਿਆ। ਜਿਹੜਾ ਰੱਬ ਹੈ ਨਾ ਉਹ ਨੇੜੇ ਨਹੀਂ, ਉਹ ਰੱਬ ਅੰਦਰ ਹੈ ਸਾਡੇ। ਹੱਥ ਪੈ ਨੇੜੇ, ਭਗਤ ਕਬੀਰ ਜੀ ਨੇ ਕਿਹਾ ਨਾ ਹੱਥ ਤੋਂ ਵੀ ਨੇੜੇ। ਰੱਬ ਨੇੜੇ ਨਹੀਂ, ਰੱਬ ਅੰਦਰ ਹੈ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸ਼ਾਪੁਰੀ, ਜਿਨ੍ਹਾਂ ਨੇ ਅੰਦਰ ਟਿਕਾਇਆ ਹੀ ਨਹੀਂ ਰੱਬ ਨੂੰ। ਸੇ ਅਹਨਸ ਫਿਰੈ ਦਿਨ ਰਾਤ ਤੋਂ ਜਲੇ ਸੜੇ ਫਿਰਦੇ ਅੰਦਰੋਂ। ਸੁੱਕਿਆ ਨਾ ਮਨ ਸੁੱਕ ਗਿਆ। ਪਾਣੀ ਨਹੀਂ, ਫਸਲ ਨੂੰ ਪਾਣੀ ਨਾ ਦਿਓ, ਸੁੱਕ ਸੜ ਜਾਂਦੀ ਹੈ। ਤੇ ਜੇ ਸਾਡੀ ਰੂਹ ਨੂੰ ਬਾਣੀ ਨਹੀਂ ਮਿਲਦੀ ਨਾ ਤੇ ਜ਼ਮੀਰ ਵੀ ਮਰਨ ਲੱਗਿਆ ਟਾਈਮ ਨਹੀਂ ਲਾਉਂਦੀ। ਜਿਵੇਂ ਬਨਸਪਤੀ ਪਾਣੀ ਤੋਂ ਬਗੈਰ ਸੜ ਜਾਂਦੀ ਹੈ, ਸਾਡੀ ਆਤਮਾ ਬਾਣੀ ਤੇ ਨਾਮ ਤੋਂ ਬਗੈਰ ਮਰ ਜਾਂਦੀ ਹੈ, ਸੜ ਜਾਂਦੀ ਹੈ ਵੀ ਆਤਮਾ। ਇਹਨੂੰ ਵੀ ਖੁਰਾਕ ਚਾਹੀਦੀ ਹੈ। ਆ ਕੀਰਤਨ ਤੇ ਕਥਾ ਗੁਰਬਾਣੀ ਨਾਮ ਇਹਦੀ ਖੁਰਾਕ ਹੈ। ਮਹਾਰਾਜ ਕਹਿੰਦੇ ਭਾਈ ਜਪ ਕੇ ਹਰਿਆ ਭਰਿਆ ਉਹ ਕਰਮ ਲਖੰਤੈ ਪਾਈਏ। ਇਹ ਰੁੱਤ ਸੁਹਾਈ, ਸੁਹਾਵੀ ਰੁੱਤ ਬਣਦੀ ਕਰਮ ਦਾ ਲਿਖਿਆ ਹੀ ਰੱਬ ਚੇਤੇ ਆਉਂਦਾ ਹੈ ਜਾਂ ਅੰਦਰ ਵਸਦਾ ਹੈ। ਹਰਿ ਕਾ ਨਾਮ ਤਾਂ ਹੀ ਧਿਆਇਆ ਜਾਂਦਾ ਹੈ। ਸਾ ਰੁੱਤ ਸੁਹਾਈ, ਜਦੋਂ ਜਪੇਗਾ ਰੁੱਤ ਤੈਨੂੰ ਚੰਗੀ ਲੱਗੇਗੀ। ਉਹ ਭਾਵੇਂ ਪੋਹ ਮਾਘ ਦਾ ਮਹੀਨਾ ਹੈ, ਉਹ ਭਾਵੇਂ ਜੇਠ ਹਾੜ ਦਾ ਮਹੀਨਾ ਹੈ। ਇਹ ਤੇ ਸਾਡੇ ਕੋਲ ਇਤਿਹਾਸ ਹੈ। ਜੇਠ ਹਾੜ ਦੇ ਮਹੀਨੇ 'ਚ ਤਵੀਆਂ ਤੇ ਵੀ ਚੌਂਕੜੇ ਲੱਗੇ ਨੇ। ਉਹ ਰੁੱਤ ਸੁਹਾਵੀ ਬਣ ਗਈ ਕਿਉਂਕਿ ਅੰਦਰ ਨਾਮ ਹੈ। ਵੈਸੇ ਤਪਸ਼ ਹੈ ਜੇਠ ਹਾੜ ਮਹੀਨਾ। ਪੋਹ ਤੇ ਮਾਘ ਜਾਂ ਮਗਰ ਪੋਹ ਠੰਡ ਜ਼ਿਆਦੀ ਹੈ। ਮਹਾਰਾਜ ਕਹਿੰਦੇ ਤੈਨੂੰ ਅੰਦਰੋਂ ਆਨੰਦ ਹੀ ਪ੍ਰਾਪਤ ਹੋਏਗਾ। ਤੈਨੂੰ ਬਾਹਰਲੀ ਮਗਰ ਮਾਹੇ ਸੁਹੰਦੀਆਂ ਹਰ ਪੇਰ ਸੰਗ ਬੈਠੜੀਆਂ। ਪੋਖ ਤੇ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ। ਕਹਿੰਦੇ ਤੈਨੂੰ ਪੋਹ ਦੀ ਠੰਡ ਨਹੀਂ ਵਿਆਪੇਗੀ, ਜੇਠ ਦੀ ਗਰਮੀ ਵੀ ਨਹੀਂ, ਕਿਉਂਕਿ ਸਾਰ ਰੁੱਤ ਸੁਹਾਵੀ ਤੇਰੇ ਅੰਦਰ ਨਾਮ ਟਿਕ ਗਿਆ। ਵਣ ਤ੍ਰੇਣ ਤੇਰੇ ਭਵਨ ਮੌਲਿਆ। ਹੁਣ ਜੇ ਤੇਰੇ ਅੰਦਰ ਆਨੰਦ ਹੈ ਨਾ, ਤੈਨੂੰ ਵਣ ਤ੍ਰੇਣ ਤੇਰੇ ਭਵਨ ਮੌਲਿਆ ਹੀ ਨਜ਼ਰ ਆਏਗਾ। ਮੈਂ ਖੁਸ਼ ਹੈ ਨਾ, ਮੈਨੂੰ ਐ ਲੱਗਣਾ ਮੇਰਾ ਪਰਿਵਾਰ ਵੀ ਅੱਜ ਤੇ ਮੇਰੀ ਮਾਤਾ ਵੀ ਬੜੀ ਖੁਸ਼ ਹੈ, ਮੇਰਾ ਬਾਪੂ ਵੀ, ਅੱਜ ਤੇ ਬੱਚੇ ਵੀ, ਪਰਿਵਾਰ ਬੜਾ ਖੁਸ਼ ਹੈ। ਅੱਜ ਤੱਕ ਗਵਾਂਢੀ ਜੇ ਮੈਂ ਖੁਸ਼ ਹੈ, ਜੇ ਮੈਂ ਹੀ ਕਲਪਿਆ ਫਿਰ ਤੇ ਸਾਰਿਆਂ ਦੇ ਚਿਹਰੇ ਤੇ ਜਿਹੋ ਜਿਹੇ ਅੰਦਰੋਂ ਮੈਂ ਉਹੋ ਜਿਹੀ ਸਾਨੂੰ ਨਜ਼ਰ। ਇਹ ਕਿਉਂ ਕਲਪੇ ਫਿਰਦੇ ਆ ਜੀ? ਵਣ ਤ੍ਰੇਣ ਤੇਰੇ ਭਵਨ ਮੌਲਿਆ। ਜੇ ਸਾਡਾ ਅੰਦਰ ਮੌਲਿਆ ਹੈ ਨਾ, ਮੌਲੀ ਧਰਤੀ ਫਿਰ ਮੌਲਿਆ ਆਕਾਸ਼। ਸਾਨੂੰ ਧਰਤੀ ਆਕਾਸ਼ ਸਾਰਾ ਹੀ ਮੌਲਿਆ ਨਜ਼ਰ ਆਏਗਾ। ਅੰਮ੍ਰਿਤ ਫਲ ਪਾਈ, ਕਹਿੰਦੇ ਫਿਰ ਫਲ ਰੂਪੀ ਨਾਮ ਅੰਮ੍ਰਿਤ ਮਿਲੇਗਾ। ਅੰਮ੍ਰਿਤ ਫਲ ਰੂਪ ਚ ਮਿਲੇਗਾ। ਜਿੱਦਣ ਅੰਦਰ ਬਸੰਤ, ਅੰਦਰ ਸ਼ਬਦ ਟਿਕ ਗਿਆ, ਅੰਦਰ ਨਾਮ ਟਿਕ ਗਿਆ। ਮਿਲ ਸਾਧੂ ਸੁਖ ਊਪਜੈ। ਸਾਧੂ ਗੁਰੂ ਨੂੰ ਮਿਲ ਕੇ ਫਿਰ ਸੁਖ ਪੈਦਾ ਹੁੰਦੇ ਨੇ। ਲੱਥੀ ਸਭ ਛਾਈ। ਆ ਜਿਹੜੀ ਛਾਈ ਹੈ ਨਾ, ਵਕਾਰ ਤਾਂ ਇਹਦੇ ਛਾਈ ਦੇ ਅਰਥ ਅਸੀਂ ਨੇਕਾ ਕਰ ਸਕਦੇ। ਜਿਹੜਾ ਹੋਰ ਰੰਗ ਚੜਿਆ ਫਿਰਦਾ ਹੈ,
ਜਾਂ ਉਹ ਮਾਇਆ ਦਾ ਰੰਗ ਹੈ। ਹੋਰ ਮਹਾਰਾਜ ਕਹਿੰਦੇ ਜਦੋਂ ਉਹਨੂੰ ਜਪੇਗਾ ਇਹ ਸਾਰੇ ਰੰਗ ਉਤਰ ਜਾਣਗੇ, ਇਹ ਫਿੱਕੇ ਪੈ ਜਾਣਗੇ। ਨਾਮ ਦਾ ਰੰਗ ਹੀ ਗੂੜਾ ਹੋਏਗਾ ਔਰ ਉਹਨੂੰ ਜਪਣ ਕਰਕੇ ਤੈਨੂੰ ਫਿਰ ਸਾਰੇ ਸੁੱਖ ਮਿਲਣਗੇ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਜਿਹੜਾ ਇੱਕ ਨਾਮ ਨੂੰ ਸਿਮਰੇਗਾ, ਬਹੁੜ ਨਾ ਧਾਈ ਦਾ ਅਰਥ ਹੈ ਉਹ ਧਾ ਕੇ ਜਪਣ ਮਰਨ ਦੇ ਗੇੜ 'ਚ ਨਹੀਂ ਪਏਗਾ, ਦੁਬਾਰਾ ਸੰਸਾਰ ਤੇ ਨਹੀਂ ਆਏਗਾ। ਜਿਹੜਾ ਇੱਕ ਵਾਰੀ ਜਪਣ ਲੱਗ ਗਿਆ ਨਾ ਉਹਨੂੰ, ਉਹ ਫਿਰ ਬਹੁੜ ਨਾ ਧਾਈ ਦਾ ਅਰਥ ਜਪਣ ਮਰਨ ਦੇ ਗੇੜ 'ਚ ਨਹੀਂ ਪਏਗਾ। ਪੰਜੇ ਬੱਧੇ ਮਹਾਬਲੀ ਕਰ ਸੱਚਾ, ਸੱਚੇ ਦਾ ਢੁਆ ਲਿਆ, ਰੱਬ ਨੂੰ ਜਪਿਆ, ਪੰਜੇ ਵਿਕਾਰ ਜਿਹੜੇ ਨੂੰ ਬੰਨ ਲਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇਤੇ ਪੰਜ ਜੁਬਾਨ ਮੈਂ ਗੁਰ ਥਾਪੀ ਦਿੱਤੀ। ਕੱਢ ਜਿਓ ਸੱਚੇ ਦਾ ਢੁਆ, ਆਸਰਾ ਮਿਲ ਗਿਆ ਗੁਰੂ ਦਾ ਸਾਧੂ ਦਾ। ਹੁਣ ਇਹ ਪੰਜ ਵਿਕਾਰ ਮੈਂ ਆਪਣੇ ਕਾਬੂ 'ਚ ਕਰ ਲਏ ਜੀ। ਆਪਣੇ ਚਰਨ ਜਪਾਏ ਹਨ ਨਿਤ ਦਇਓ ਖੜੋਆ, ਉਹ ਮੇਰੇ ਨਾਲ ਆਣ ਕੇ ਖੜ ਜਾਂਦੇ, ਉਹ ਆਪਣੇ ਚਰਨਾਂ ਨੂੰ ਫਿਰ ਜਪਾਉਂਦਾ। ਗੁਰੂ ਦੇ ਚਰਨ ਹੈ ਗੁਰਬਾਣੀ, ਰੱਬ ਦੇ ਚਰਨ ਹੈ ਨਾਮ, ਉਹਦੇ ਚਰਨਾਂ ਨਾਲ ਜੁੜ ਗਿਆ ਜੀ, ਉਹ ਨਾਲ ਆਣ ਕੇ ਖੜ ਜਾਂਦੇ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ, ਉਹ ਜਦੋਂ ਆਪ ਆ ਗਿਆ ਫਿਰ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ। ਅੰਦਰੋਂ ਰੋਗ ਤੇ ਸੋਗ ਮਿਟ ਜਾਂਦੇ ਆ। ਰੋਗ ਅੰਦਰ ਵੀ ਹੈ, ਰੋਗ ਸਰੀਰ ਨੂੰ ਵੀ ਕਈਆਂ ਦਿਨ ਹੁੰਦਾ ਹੈ, ਸੋਗ ਵੀ ਅੰਦਰ ਹੈ, ਵਹਿਮ ਝੋਰਾ ਗਮ। ਮਹਾਰਾਜ ਕਹਿੰਦੇ ਉਹ ਵੀ ਰੋਗ ਵੀ ਮਿਟ ਜਾਣਗੇ, ਸੋਗ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ, ਤਾਂ ਕੋ ਵਿਗੜ ਨਾ ਕੋ ਲਾਗੇ ਜਾਨ ਕੀ ਪ੍ਰਭ ਆਗੇ ਅਰਦਾਸ। ਮਹਾਰਾਜ ਕਹਿੰਦੇ ਉਹ ਸੋਗ ਵਹਿਮ ਸਹਿਮ ਝੋਰੇ ਖਤਮ ਹੋ ਜਾਂਦੇ ਆ। ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਿਹੜੇ ਵੱਡਾ ਭਾਗਾਂ ਵਾਲੇ ਜਪਦੇ ਨੇ, ਉਪਾਦ ਗਤ ਕੀਨੀ, ਆਦੀਆਂ ਵਿਆਦੀਆਂ ਉਪਾਦੀਆਂ ਦੇ ਅੰਦਰੋਂ ਨਾਸ਼ ਹੋ ਜਾਂਦੇ, ਰੋਗ ਤੇ ਸੋਗ ਮਿਟ ਜਾਂਦੇ ਨੇ। ਦਿਨ ਰੈਣ ਨਾਮ ਧਿਆਏ ਦਾ ਫਿਰ ਪਏ ਨਾ ਮੋਆ। ਮਹਾਰਾਜ ਕਹਿੰਦੇ ਜਿਹੜੇ ਦਿਨ ਰਾਤ ਨਾਮ ਜਪਦੇ ਫਿਰ ਪਾਏ ਨਾ ਮੋਆ, ਉਹ ਕਦੇ ਆਤਮਿਕ ਮੌਤੇ ਮਰਦੇ ਨਹੀਂ ਹੈ। ਨਾਮ ਜਪਣ ਵਾਲੇ ਉਹ ਕਦੇ ਆਤਮਿਕ ਮੌਤੇ ਨਹੀਂ ਮਰਦੇ। ਉਹ ਤੇ ਆਖਾਂ ਜੀਵਾ ਵਿਸਰੇ ਮਰ ਜਾਓ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਜਪਣ ਵਾਲੇ ਜਿੱਥੋਂ ਪੈਦਾ ਹੁੰਦੇ ਨੇ ਉਹਦਾ ਰੂਪ ਹੀ ਹੋ ਜਾਂਦੇ ਆ। ਜਿਹਨੂੰ ਜਪਦੇ ਹੈ ਉਹਦਾ ਰੂਪ। ਤੁਸੀਂ ਕਿਸੇ ਨੂੰ ਜਪ ਕੇ ਵੇਖ ਲਓ, ਜਿਹਦੇ ਨਾਲ ਤੁਸੀਂ ਜ਼ਿਆਦਾ ਰਹੋਗੇ, ਤੁਸੀਂ ਤਾਂ 20 ਕਿਲੋ 22 ਕਿਲੋਮੀਟਰ ਤੇ ਬੋਲੀ ਬਦਲ ਜਾਂਦੀ ਹੈ। ਤੁਸੀਂ ਇੱਥੋਂ ਜਾ ਕੇ ਮਾਝੇ ਤੁਸੀਂ 1 ਮਹੀਨਾ ਲਾਇਓ, ਤੁਹਾਡੀ ਬੋਲੀ ਬਦਲੇ, ਕਿਉਂਕਿ ਤੁਸੀਂ ਜਿਨ੍ਹਾਂ ਦਾ ਸੰਗ ਕਰੋ ਉਹ ਜਿਹੇ ਹੋਣਾ ਸ਼ੁਰੂ ਕਰ ਦਿਓਗੇ। ਸਾਡੀ ਬੋਡੀ ਉੱਥੋਂ ਦਾ ਵਾਤਾਵਰਨ ਜਿਹੜਾ ਉਹ ਕਬੂਲ ਲੈਂਦੀ ਹੈ, ਫਿਰ ਦੂਸਰੇ ਪਾਸੇ ਮੁਸ਼ਕਲ ਕਹਿਣ ਦਾ ਭਾਵ ਜਿਹਦੇ ਨਾਲ ਅਸੀਂ ਰਹਿੰਦੇ ਫਿਰ ਉਹੋ ਜਿਹੇ ਹੋ ਜਾਂਦੇ ਆ। ਜੇ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਮਿਲਾਪ ਰਹੇਗਾ ਤੇ ਫਿਰ ਗੁਰੂ ਵਰਗੇ ਹੀ ਹੋਵਾਂਗੇ। ਤੇ ਜੇ ਹੋਰ ਕਿਸੇ ਦੀ ਕੋਈ ਪੂਜਾ ਕਰਦਾ, ਫਿਰ ਜਿਹਦੀ ਪੂਜਾ ਕਰਦਾ ਉਹਦੇ ਵਰਗਾ ਹੀ ਹੋ ਜਾਂਦਾ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹੇ ਸਮਾਵੇ। ਇਹ ਵਿਚਾਰ ਕਰਨ ਵਾਲੇ ਕਿੱਥੋਂ ਉਪਜੇ ਆ, ਸੰਸਾਰ ਕਿੱਥੋਂ ਪੈਦਾ ਹੋਇਆ, ਜੀਵ ਕਿੱਥੋਂ ਪੈਦਾ ਹੋਇਆ। ਕਹਿ ਰਹੇ ਕਹਿ ਮਾਹੇ ਸਮਾਵੇ, ਕਿਹਨੂੰ ਕਹਿ ਰਹੇ ਨੇ, ਕਿਹਦੇ 'ਚ ਸਮਾਉਣਗੇ, ਇਹਦੀ ਵਿਚਾਰ ਕਰਨੀ ਚਾਹੀਦੀ ਹੈ। ਕਿੱਥੋਂ ਉਪਜੇ, ਅਸੀਂ ਕਿੱਥੋਂ ਆਏ ਆ, ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ। ਮੈਂ ਕਿੱਥੋਂ ਆਇਆ, ਕਿੱਥੇ ਜਾਣਾ, ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਜਿੱਥੋਂ ਆਇਆ ਕਿਵੇਂ ਮਿਲਾਂਗਾ, ਕੀ ਕਰਨਾ ਚਾਹੀਦਾ, ਇਹਦੀ ਵਿਚਾਰ ਹੀ ਅਸੀਂ ਰੋਜ਼ ਵੈਸੇ ਇੱਥੇ ਆ ਕੇ ਕਰਦੇ ਹਾਂ। ਜਿੱਥੋਂ ਉਪਜੇ ਹੈ ਉਹਦੇ 'ਚ ਮਿਲਣਾ ਹੈ। 10 ਕੱਲ੍ਹ ਪਰਸੋਂ ਵੀ ਬੇਨਤੀ ਕਰ ਰਿਹਾ ਸੀ, ਜਿਹੋ ਜਿਹੇ ਆਏ ਸਾਂ ਉਹੋ ਜਿਹੇ ਹੋ ਕੇ ਮਿਲਾਂਗੇ। ਜਿਵੇਂ ਵਿਛੜੇ ਸਾਂ ਜਿਹੋ ਜਿਹੇ ਸਾਂ ਉਹੋ ਜਿਹੇ ਫਿਰ ਹੋ ਕੇ ਮਿਲਾਂਗੇ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਸਾਰੇ ਜੀਵ ਜੰਤ ਮਾਲਕ ਦੇ ਹੈ, ਕੌਣ ਕੀਮਤ ਪਾਵੇ ਦਾ ਅਰਥ ਇਹ ਹੈ ਵੀ ਚਲੋ ਮੈਨੂੰ ਰੱਬ ਨੇ ਜੀਵਨ ਦਿੱਤਾ, ਕੀ ਇਹ ਜੀਵਨ ਮੈਨੂੰ ਕਿਸੇ ਕੀਮਤ ਤੇ ਮਿਲ ਸਕਦਾ ਸੀ ਉਹਦੀ ਬਖਸ਼ਿਸ਼ ਤੋਂ ਬਗੈਰ? ਕਦੇ ਵੀ ਨਹੀਂ। 5-7 ਸਵਾਸ ਹਸਪੀਟਲ ਕੋਈ ਜਾਂਦਾ ਹੈ, ਸਾਰੇ ਜੀਵਨ ਦੀ ਕਮਾਈ ਟੇਬਲ ਤੇ ਰੱਖ ਦਿਓ ਡਾਕਟਰ ਦੇ, ਉਹਨੂੰ ਕਹੋ ਵੀ 1 ਦਿਨ ਦੇ ਦਿਓ, ਬਾਪੂ ਨਾਲ 4 ਗੱਲਾਂ ਕਰਨੀਆਂ, ਉਹ ਕਹਿਣਗੇ ਜੀ 1 ਸਵਾਸ ਵੀ ਨਹੀਂ ਦੇ ਸਕਦੇ। ਕੀਮਤ ਪਾ ਸਕਦਾ ਰੱਬ ਦੀ ਬਖਸ਼ਿਸ਼ ਦੀ ਕੋਈ? 1 ਸਵਾਸ ਦਾ ਅਸੀਂ ਕਦੇ ਵੀ ਮੁੱਲ ਨਹੀਂ ਜੇ ਤਾਰ ਸਕਦੇ, ਭਾਵੇਂ ਅਰਬਪਤੀ ਖਰਬਪਤੀ ਵੀ ਬੰਦਾ ਕਿਉਂ ਨਾ ਹੋਵੇ। 1 ਸਵਾਸ ਦੀ ਕੀਮਤ ਨਹੀਂ ਤਾਰੀ ਜਾਣੀ। ਕਿੰਨੇ ਕੁ ਕੀਮਤੀ ਹੈ ਵੈਸੇ ਬਾਅਦ 'ਚ ਹੀ ਪਤਾ ਲੱਗਦਾ। ਅੱਜ ਤੇ ਅਜਾਈ ਜਾਂਦੇ ਆ, ਅੱਜ ਤੇ ਜਾਈ ਜਾ ਰਹੇ ਆ ਨਾ। ਸਾਨੂੰ ਇਹ ਮਿੰਟਾਂ ਸਕਿੰਟਾਂ ਘੰਟਿਆਂ ਦਿਨਾਂ ਦਾ ਪਤਾ ਹੈ ਕਿੰਨੇ ਕੁ ਕੀਮਤੀ ਹੈ, ਨਾ ਸਵਾਸਾਂ ਦਾ ਪਤਾ ਹੈ। ਅਜਾਈ ਜਾਂਦੇ ਆ, ਜਿੱਦਣ ਪਤਾ ਲੱਗ ਗਿਆ 1 ਸਵਾਸ ਵੀ ਵਿਅਰਥ ਨਹੀਂ ਜਾਣ ਦੇਣਾ।
ਹੁਣ ਪਤਾ ਹੀ ਨਹੀਂ ਹੈ ਕਿੰਨੇ ਕੁ ਕੀਮਤੀ ਹੈ। ਕਹਿਣ ਧਿਆਇਆ ਨੂੰ ਸੁਣਨ ਨਿਤ, ਜਿਹੜੇ ਉਹਨੂੰ ਕਹਿੰਦੇ ਧਿਆਉਂਦੇ ਤੇ ਸੁਣਦੇ, ਸੇ ਭਗਤ ਸੁਹਾਵੇ, ਉਹ ਭਗਤ ਨੇ ਤੇ ਸੁਹਾਵੇ ਸੋਹਣੇ ਲੱਗਦੇ ਨੇ ਰੱਬ ਤੇ ਗੁਰੂ ਨੂੰ। ਜਿਹੜੇ ਰੱਬ ਨੂੰ ਕਹਿੰਦੇ ਸੁਣਦੇ ਆ, ਜਿਹੜੇ ਰੱਬ ਨੂੰ ਜਪਦੇ ਆ। ਆਪਾਂ ਇਹੀ ਕਰ ਰਹੇ, ਕੋਈ ਕਹਿ ਰਿਹਾ ਕੋਈ ਸੁਣ ਰਿਹਾ। ਨਿਤ ਨਾਲ ਮਹਾਰਾਜ ਨੇ ਨਿਤ ਵੀ ਕਿਹਾ, ਨੇਤੀ ਕਹਿਣਾ ਸੁਣਨਾ, ਕਹਿਣ ਧਿਆਏ ਨੂੰ ਸੁਣਨ ਨਿਤ, ਸੇ ਭਗਤ ਸੁਹਾਵੇ। ਮਹਾਰਾਜ ਕਹਿੰਦੇ ਅਗਮ ਅਗੋਚਰ ਸਾਹਿਬੂ ਦੂਸਰ ਲਵੇ ਨਾ ਲਾਵੇ। ਇਹ ਜਿਹੜੀ ਬਖਸ਼ਿਸ਼ ਹੈ, ਨਾਮ ਬੰਦਗੀ ਹੈ, ਅਗਮ ਅਗੋਚਰ ਸਾਹਿਬ, ਉਹ ਜਿਹੜਾ ਅਗਮ ਅਗੋਚਰ ਅਪਹੁੰਚ ਬੇਅੰਤ ਹੈ, ਜਿਹਦਾ ਕੋਈ ਪਾਰਲਾ ਪਾਸਾ ਨਹੀਂ। ਇਹ ਨਾਮ ਦਾ ਰੰਗ ਪਿਆਰ, ਉਹਦੇ ਤੋਂ ਬਗੈਰ ਕੋਈ ਦੂਸਰਾ ਸਾਡੇ ਅੰਦਰ ਪੈਦਾ ਨਹੀਂ ਕਰ ਸਕਦਾ। ਗੁਰੂ ਤੋਂ ਬਗੈਰ ਸਾਨੂੰ ਰੱਬ ਨਾਲ ਕੋਈ ਦੂਸਰਾ ਨਹੀਂ ਜੋੜ ਸਕਦਾ। ਸੱਚ ਪੂਰੈ ਗੁਰ ਉਪਦੇਸ਼ਿਆ, ਨਾਨਕ ਸੁਣਾਵੇ। ਪੂਰਾ ਗੁਰੂ ਉਪਦੇਸ਼ ਦੇ ਕੇ ਰੱਬ ਦੇ ਘਰ ਦੀ ਗੱਲ ਸਾਨੂੰ ਸੁਣਾਉਂਦਾ ਹੈ, ਉਪਦੇਸ਼ ਦਿੰਦਾ ਹੈ। ਜਪੋ, ਸੁਣਦੇ ਵੀ ਹੈ, ਸ਼ਾਇਦ ਅਸੀਂ ਬਹੁਤਾ ਮੰਨਿਆ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਿਰ ਕਹਿਣਾ ਪਿਆ, ਜਿਹੇ ਬੇਦੁਸ ਗੁਰ ਉਪਦੇਸ਼ਿਆ ਸੋ ਸੁਣ ਰੇ। ਭਾਈ ਸਿੱਖਾ, ਜਿਹੜਾ ਗੁਰੂ ਤੈਨੂੰ ਉਪਦੇਸ਼ ਦਿੰਦਾ ਉਹ ਸੁਣ। ਨਾਨਕ ਕਹਿਤ ਪੁਕਾਰ ਕੇ ਗਹੁ ਪ੍ਰਭ ਸਰਨਾਈ। ਅਬ ਸਤ ਦੀ ਰੁੱਤ ਤੇਰੇ ਵਾਸਤੇ ਤਾਂ ਬਣੀ ਹੈ ਜੇ ਤੇਰੇ ਅੰਦਰ ਨਾਮ ਤੇ ਗੁਰੂ ਦਾ ਉਪਦੇਸ਼ ਹੈ। ਨਹੀਂ ਤੇ ਠੰਡੀ ਮਿੱਠੀ ਰੁੱਤ 'ਚ ਵੀ ਮਨੁੱਖ ਕਲਪੇ ਤੁਹਾਨੂੰ ਨਜ਼ਰ ਆਉਣਗੇ। ਉਹਨਾਂ ਦੇ ਅੰਦਰ ਵਿਕਾਰਾਂ ਦੀ ਅੱਗ ਹੈ, ਉਹ ਹਰੇਕ ਸਮੇਂ ਆਪ ਵੀ ਕਲਪੇ ਰਹਿੰਦੇ ਹੈ, ਦੂਸਰਿਆਂ ਨੂੰ ਵੀ ਦੁੱਖ ਦਿੰਦੇ ਹੈ। ਹਾਂ, ਜੇ ਅੰਦਰ ਨਾਮ ਹੈ ਤੇ ਸਾਰ ਰੁੱਤ ਸੁਹਾਵੀ ਬਣ ਜਾਂਦੀ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ, ਜਿਹੋ ਜਿਹੇ ਅੰਦਰ ਵਿਚਾਰ ਨੇ ਉਹੋ ਜਿਹੀ ਫਿਰ ਰੁੱਤ ਬਣ ਜਾਂਦੀ। ਅੰਦਰੋਂ ਸੁਖੀ ਹੈ ਤੇ ਸਾਰਾ ਕੁਝ। ਬੰਦਾ ਬਿਮਾਰ, ਬੁਖਾਰ ਚੜ੍ਹ ਜੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ। ਵੀ ਅੰਦਰੋਂ ਬਿਮਾਰ ਹੈ ਬੰਦਾ, ਹੁਣ ਕੋਈ ਚੀਜ਼ ਨਹੀਂ, ਉਹੀ ਖਾਣਾ ਉਹਨੂੰ ਕੌੜਾ ਲੱਗਦਾ, ਦੂਸਰੇ ਸਵਾਦ ਨਾਲ ਖਾਂਦੇ ਹੈ। ਉਹ ਕਹਿੰਦਾ ਤੁਸੀਂ ਕਿਵੇਂ ਖਾਂਦੇ ਹੋ, ਮੈਨੂੰ ਤੇ ਕੌੜਾ ਲੱਗਦਾ ਹੈ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਅੰਦਰੋਂ ਕਲਪਿਆ, ਉਹ ਕਹਿੰਦਾ ਇਹ ਕਿਵੇਂ ਸੁਖੀ ਨੇ, ਮੈਂ ਤੇ ਬੜਾ। ਜੇ ਅੰਦਰੋਂ ਕੋਈ ਪ੍ਰਸੰਨ, ਉਹਨੂੰ ਸਾਰਾ ਸੰਸਾਰ ਹੀ ਖੁਸ਼ ਖਿੜਿਆ ਹੋਇਆ ਫੁੱਲਾਂ ਦੀ ਤਰ੍ਹਾਂ ਨਜ਼ਰ ਆਉਂਦਾ। ਜਿਹੜਾ ਅੰਦਰੋਂ ਦੁਖੀ ਹੈ, ਉਹਨੂੰ ਸਾਰੇ ਪਾਸੇ ਮਰੀਜ਼ ਹੀ ਨਜ਼ਰ ਆਉਂਦੇ ਹੈ, ਉਹਨੂੰ ਸਾਰੇ ਪਾਸੇ ਦੁਖੀ ਨਜ਼ਰ ਆਉਂਦੇ, ਕਿਉਂਕਿ ਆਪ ਦੁਖੀ ਹੈ। ਸੁਖੀ ਅਸੀਂ ਉਹਨੂੰ ਜਪ ਕੇ ਹੀ ਹੋ ਸਕਦੇ ਹਾਂ। ਅੰਦਰੋਂ ਹਰੇ ਭਰੇ ਬਸੰਤ ਦੀ ਰੁੱਤ ਵਰਗਾ ਅੰਦਰ ਖੇੜਾ ਤਾਂ ਹੀ ਆ ਸਕਦਾ ਜੇ ਉਹਨੂੰ ਜਪਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ